सत श्री अकाल, स्वागत है। गौरव शुक्ला मैं हां तुहाडे नाल हाज़र हां खबरां दा प्राइम टाइम लैके। प्राइम टाइम दे विच अज गल छुट्टियां दी, अज गल बदलियां दी। छुट्टी ते बदली नूं लैके इस समय खूब पंजाब दे विच सियासत हो रही है चोणां दे मौसम दे विच। दरअसल कैबिनेट दी बैठक दे विच जो इल्जाम लगाए गए विरोधी पार्टियां दे वल्लों कि कैबिनेट दी बैठक दे विच राणा गुरजीत ने बदलियां दे विच धांधली दा मुद्दा चुक्किया ते उन्हां दी तकरार सूबे दे गृह मंत्री रंधावा दे नाल हुई, सुखी रंधावा दे नाल हुई। ਇਹ ਵਿਰੋਧੀ ਇਲਜ਼ਾਮ ਲਗਾ ਰਹੇ ਨੇ ਕਿ ਅੰਦਰੋਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਬਦਲੀਆਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਧਾਂਦਲੀ ਹੋਈ ਹੈ। ਇਹ ਆਮ ਆਦਮੀ ਪਾਰਟੀ ਵੀ ਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੀ ਇਲਜ਼ਾਮ ਲਗਾਉਂਦਾ ਰਿਹਾ ਤੇ ਦੂਜੇ ਪਾਸੇ ਗੱਲ ਛੁੱਟੀ ਦੀ। ਦਰਅਸਲ ਇੱਕ ਵੱਡੇ ਅਧਿਕਾਰੀ ਦੇ ਵੱਲੋਂ ਏਡੀਜੀਪੀ ਲੈਵਲ ਦੇ ਅਧਿਕਾਰੀ ਅਸਥਾਨਾ ਛੁੱਟੀ ਦੇ ਉੱਤੇ ਗਏ ਤਾਂ ਉਹਨਾਂ ਦੀ ਛੁੱਟੀ ਨੂੰ ਲੈ ਕੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਸਥਾਨਾ BOI ਦੇ ਹੈੱਡ ਬਣਾਏ ਗਏ ਸਨ, ਯਾਨੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ, ਜਿਹੜੇ ਪੰਜਾਬ ਦੇ ਵਿੱਚ ਮਾਮਲੇ ਨੇ ਜਿਨ੍ਹਾਂ ਦੇ ਵਿੱਚ ਤਫਤੀਸ਼ ਅੱਗੇ ਵਧ ਰਹੀ ਹੈ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਦੇਖਦੇ ਨੇ। ਤਾਂ ਉਹਨਾਂ ਦੀ ਛੁੱਟੀ ਦੇ ਉੱਤੇ ਵੀ ਸਵਾਲ ਖੜੇ ਹੋ ਗਏ। ਅਕਾਲੀ ਦਲ ਨੇ ਇਲਜ਼ਾਮ ਤਾਂ ਇੱਥੋਂ ਤੱਕ ਲਗਾ ਦਿੱਤੇ ਕਿ ਅਫਸਰਾਂ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਗ੍ਰਿਫਤਾਰ ਕਰੋ ਸੁਖਬੀਰ ਬਾਦਲ ਨੂੰ, ਬਿਕਰਮ ਮਜੀਠੀਆ ਨੂੰ, ਜੇ ਨਹੀਂ ਕਰੋਗੇ ਤਾਂ ਫਿਰ ਦਿੱਕਤ ਹੋਏਗੀ। ਤਾਂ ਉਸੇ ਦਬਾਅ ਦੀ ਵਜ੍ਹਾ ਨਾਲ ਅਫਸਰ ਛੁੱਟੀਆਂ ਦੇ ਉੱਤੇ ਜਾ ਰਹੇ ਨੇ। ਤਾਂ ਅੱਜ ਗੱਲ ਹੋਵੇਗੀ ਇਸ ਮੁੱਦੇ ਦੇ ਉੱਤੇ ਹੀ ਕਿ ਆਖਿਰ ਚੋਣਾਂ ਤੋਂ ਪਹਿਲਾਂ ਇਹ ਛੁੱਟੀ ਤੇ ਬਦਲੀਆਂ ਨੂੰ ਲੈ ਕੇ ਬਵਾਲ ਕਿਉਂ ਹੈ ਤੇ ਬਵਾਲ ਦੇ ਪਿੱਛੇ ਦੀ ਅਸਲ ਸੱਚਾਈ ਕੀ ਹੈ। ਦੋ ਤਸਵੀਰਾਂ ਦੇ ਨਾਲ ਹੀ ਸ਼ੁਰੂਆਤ ਅਸੀਂ ਕਰਨ ਜਾ ਰਹੇ ਹਾਂ। ਅਫਸਰਾਂ ਦੀ ਛੁੱਟੀ ਦੇ ਉੱਤੇ ਬਵਾਲ ਇਸ ਸਮੇਂ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ, ਜਦਕਿ ਦੂਜੇ ਪਾਸੇ ਬਦਲੀਆਂ ਦੇ ਉੱਤੇ ਜੋ ਤਕਰਾਰ ਦਾ ਜ਼ਿਕਰ ਹੋ ਰਿਹਾ ਉਸ ਦੇ ਉੱਤੇ ਵੀ ਸਿਆਸਤ ਭਖੀ ਹੋਈ ਹੈ। ਜੋ ਸ਼ੁਰੂਆਤ ਦੇ ਵਿੱਚ ਮੈਂ ਜ਼ਿਕਰ ਕੀਤਾ ਅਫਸਰਾਂ ਦੀ ਜੋ ਛੁੱਟੀ ਹੋਈ, ਜੋ ਅਫਸਰਾਂ ਨੇ ਛੁੱਟੀਆਂ ਲਈਆਂ ਨੇ, दरअसल जो जानकारी साडे कोल है वो ये कि विरोधी भी इल्जाम लगा रहे हैं कि वरिंदर कुमार छुट्टी ते गए, अर्पित शुक्ला छुट्टी ते गए, SK अस्थाना छुट्टी ते चले गए जिन्होंने BOI का हैड बनाया गया सी। खास ये भी है कि ਜਿਹੜੇ ਅਧਿਕਾਰੀਆਂ ਦਾ ਜ਼ਿਕਰ ਹੋ ਰਿਹਾ ਹੈ ਉਹ BOI ਦੇ ਡਾਇਰੈਕਟਰ ਲਗਾਏ ਗਏ, ਯਾਨੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਲਗਾਏ ਗਏ। ਇਹ ਵੀ ਤੁਹਾਨੂੰ ਦੱਸੀਏ ਕਿ ਪਿਛਲੇ 2 ਮਹੀਨਿਆਂ ਦੇ ਵਿੱਚ ਜਿਹੜੇ BOI ਦੇ ਹੈਡ ਨੇ ਉਹ ਬਦਲੇ ਗਏ ਨੇ। ਇਸ ਤੋਂ ਪਹਿਲਾਂ 14 ਜੂਨ 2020 ਨੂੰ ਅਰਪਿਤ ਸ਼ੁਕਲਾ ਨੂੰ BOI ਹੈਡ ਦਾ ਚਾਰਜ ਸੰਭਾਲਿਆ ਗਿਆ ਸੀ। ਉਸ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਹੋਇਆ, ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ, ਤਾਂ ਉਹਨਾਂ ਨੇ 13 ਅਕਤੂਬਰ ਨੂੰ, ਇਸੇ 13 ਅਕਤੂਬਰ ਨੂੰ, ਯਾਨੀ ਕਰੀਬ 1.5 ਮਹੀਨਾ ਪਹਿਲਾਂ 13 ਅਕਤੂਬਰ ਨੂੰ ਵਰਿੰਦਰ ਕੁਮਾਰ ਨੂੰ ਅਰਪਿਤ ਸ਼ੁਕਲਾ ਦੀ ਜਗ੍ਹਾ BOI ਦਾ ਡਾਇਰੈਕਟਰ ਲਗਾ ਦਿੱਤਾ। पर कार्रवाई अगे वध रही रही ते करीब 1.5 महीने बाद सरकार नूं फिर लग्या कि चेंज करन दी जरूरत है ते SK अस्थाना नूं वरिंदर कुमार दी जगह BOI लगा दिता गया। खास यह है कि कैप्टन अमरिंदर सिंह ने अपने करीब 4.5 साल के कार्यकाल दे विच 2 BOI बदले सन, BOI दे डायरैक्टर बदले सी ते चन्नी सरकार ने अपने 2.5 महीने के कार्यकाल दे विच 2 BOI दे डायरैक्टर बदले ने ते इस नूं लैके पूरा बवाल है। ਤੇ ਦੂਜੇ ਪਾਸੇ ਬਦਲੀਆਂ ਦੇ ਉੱਤੇ ਜਿਹੜੀ ਤਕਰਾਰ ਹੈ ਉਹ ਵੀ ਜੋ ਅਸੀਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਬਦਲੀਆਂ ਦੇ ਵਿੱਚ ਧਾਂਦਲੀਆਂ ਦੇ ਇਲਜ਼ਾਮ ਜੋ ਲੱਗੇ ਨੇ ਉਸ ਦੀ ਵਜ੍ਹਾ ਦੇ ਨਾਲ ਤਕਰਾਰ ਹੋਈ ਤੇ ਉਸੇ ਮੁੱਦੇ ਉੱਤੇ ਵਿਰੋਧੀ ਘੇਰ ਰਹੇ ਨੇ ਸਰਕਾਰ। ਗੱਲ ਛੁੱਟੀ ਦੀ ਕਰੀਏ ਤਾਂ ਅਫਸਰਾਂ ਦੀ ਛੁੱਟੀ ਦੇ ਉੱਤੇ ਸੁਖਬੀਰ ਬਾਦਲ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਤੇ ਆਮ ਆਦਮੀ ਪਾਰਟੀ ਨੇ ਪੁਲਿਸ ਅਫਸਰਾਂ ਦੀ ਬਦਲੀਆਂ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਦਾ ਹਵਾਲਾ ਦਿੰਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। चन्नी, सुखी रंधावा ते नवजोत सिद्धू दा पिछले 2.5 महीनों का कोई काम नहीं। कहते हैं कि मजीठिया साहब नूं ते सुखबीर सिंह बादल के खिलाफ परचा दे के अंदर करो, झूठे केस करो। एक एक जेडे अफसर नूं बुलाउंदे ओह कहंदे असीं झूठा केस नहीं कर सकते। पहले वरिंदर सिंह सी, ओनू वरिंदर कुमार ओनू कहा, उदय शुक्ला साहब, हुण अस्थाना जी, सारे ने जवाब देता कि असीं झूठा काम नहीं करने। हले भी समझण अफसरां नूं वरतिया भी जा रहा है, वरतिया उन्हां दा इक्को ही काम है, होर कोई पंजाब दे विच कोई समस्या, कोई उन्हां नूं फिकर नहीं, कोई परवाह नहीं है। कल्ले झूठे बेस ना असीं परचियां तो डरीए ना सानूं कोई परवाह है। पर चन्नी साहब याद करो, तुहानूं मुख मंत्री बनाया है, जनता ने तुहाडे उम्मीदां नाल तुहाडे वांगू ड्रामे वाजा मुख मंत्री हरी लाल प्रोहत जी नूं लैटर लिख रहे हैं कि तुरंत प्रभाव इस मामले की जांच जिहड़ी आ, इस मामले की जांच उच्च पद्धरी जांच होनी चाहिए और उस जांच की निगरानी जिहड़ी आ पंजाब एंड हरियाणा हाई कोर्ट के मानयोग सिटिंग जज तो करवाई जानी चाहिए है, क्योंकि पंजाब
ਇਹਨਾਂ ਏਜੰਸੀਆਂ ਤੇ ਕਿਸੇ ਨੂੰ ਭਰੋਸਾ ਨਹੀਂ ਰਿਹਾ। ਸੋ ਸਾਡੀ ਮੰਗ ਆ ਕਿ ਪੰਜਾਬ ਦੇ ਮਾਨਯੋਗ ਗਵਰਨਰ ਸਾਹਿਬ ਇਸ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਏਜੰਸੀ ਨੂੰ ਸੌਂਪਣ ਔਰ ਉਸ ਜਾਂਚ ਦੀ ਨਿਗਰਾਨੀ ਜਿਹੜੀ ਆ ਪੰਜਾਬ ਦੀ ਮਾਨਯੋਗ ਹਰਿਆਣਾ ਹਾਈ ਕੋਰਟ ਦਾ ਸਿਟਿੰਗ ਜੱਜ ਕਰੇ, ਕਿਉਂਕਿ ਬਹੁਤ ਹੀ ਸੰਗੀਨ ਦੋਸ਼ ਨੇ। ਤਾਂ ਜੇ ਮੁੱਦੇ ਉੱਤੇ ਹੀ ਗੱਲਬਾਤ ਕਰਾਂਗੇ। ਇੱਕ ਪਾਸੇ ਅਫਸਰਾਂ ਦੀ ਛੁੱਟੀ ਦੇ ਉੱਤੇ ਬਵਾਲ ਹੈ, ਇਹ ਵੀ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਹੈ ਅਸਥਾਨਾ, ਉਹਨਾਂ ਦਾ ਜ਼ਿਕਰ ਇਸ ਕਰਕੇ ਵੀ ਹੋ ਰਿਹਾ ਕਿਉਂਕਿ ਏਡੀਜੀਪੀ ਨੇ BOI ਦੇ ਉਹਨਾਂ ਨੂੰ ਡਾਇਰੈਕਟਰ ਲਗਾਇਆ ਗਿਆ ਸੀ ਤੇ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸ਼ਨੀਵਾਰ ਨੂੰ CM ਦੇ ਨਾਲ ਉਹਨਾਂ ਦੀ ਮੀਟਿੰਗ ਸੀ ਤੇ ਉਹਨਾਂ ਨੇ ਸ਼ਨੀਵਾਰ ਨੂੰ ਹੀ 48 ਘੰਟਿਆਂ ਦੀ ਲੀਵ ਅਪਲਾਈ ਕਰ ਦਿੱਤੀ ਤੇ ਮੀਟਿੰਗ ਦੇ ਵਿੱਚ ਨਹੀਂ ਪਹੁੰਚੇ। ਹਵਾਲਾ ਦਿੱਤਾ ਗਿਆ ਆਪਣੀ ਸਿਹਤ ਦਾ। ਹੁਣ 2 ਪੁਆਇੰਟ ਨੇ। ਸਿਹਤ ਕਿਸੇ ਦੀ ਵੀ ਨਾਸਾਜ਼ ਹੋ ਸਕਦੀ ਹੈ, ਕਿਸੇ ਵੇਲੇ ਵੀ ਹੋ ਸਕਦੀ ਹੈ। 2 ਦਿਨ ਦੀ ਛੁੱਟੀ ਬਹੁਤ ਲੰਬੀ ਛੁੱਟੀ ਨਜ਼ਰ ਵੀ ਨਹੀਂ ਆਉਂਦੀ, ਪਰ ਠੀਕ ਮੀਟਿੰਗ ਵਾਲੇ ਦਿਨ ਹੀ ਛੁੱਟੀ ਦੇ ਉੱਤੇ ਜਾਣਾ, ਹਵਾਲਾ ਦੇਣਾ ਸਿਹਤ ਦਾ, ਉਹ ਬਹੁਤ ਸਾਰੇ ਕੁਐਸਚਨ ਮਾਰਕ ਖੜੇ ਜ਼ਰੂਰ ਕਰਦਾ ਹੈ, ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ। ਅਸੀਂ ਸ਼ੁਰੂਆਤ ਕਰਦੇ ਹਾਂ। ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਏਗੀ, ਯਾਨੀ ਸਵਾਲ ਨੇ ਜਿਨ੍ਹਾਂ ਦਾ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਸਿਆਸੀ ਦਬਾਅ ਦੀ ਵਜ੍ਹਾ ਦੇ ਨਾਲ ਜਿਹੜੇ ਅਫਸਰ ਛੁੱਟੀ ਦੇ ਉੱਤੇ ਜਾ ਰਹੇ ਨੇ ਜਾਂ ਇੱਕ ਨਾਰਮਲ ਰੂਟੀਨ ਹੈ ਜਿਵੇਂ ਆਮ ਕੋਈ ਛੁੱਟੀ ਲੈ ਲੈਂਦਾ ਹੈ। ਤਾਂ ਇਹ ਵੀ ਜੋ ਸੁਖਬੀਰ ਬਾਦਲ ਇਲਜ਼ਾਮ ਲਗਾ ਰਹੇ ਨੇ ਕਿ ਬਾਦਲਾਂ ਖਿਲਾਫ ਕਾਰਵਾਈ ਦਾ ਦਬਾਅ ਬਣਾਉਣ ਦੇ ਵਜ੍ਹਾ ਦੇ ਨਾਲ ਛੁੱਟੀ ਦੇ ਉੱਤੇ ਜਾ ਰਹੇ ਨੇ, ਉਹਨਾਂ ਇਲਜ਼ਾਮਾਂ 'ਚ ਕਿੰਨਾ ਕੁ ਦਮ ਹੈ ਤੇ ਸਰਕਾਰ ਨੂੰ 2 ਮਹੀਨਿਆਂ ਦੇ ਵਿੱਚ BOI ਦੇ ਮੁਖੀ ਬਦਲਣ ਦੀ ਜ਼ਰੂਰਤ ਕਿਉਂ ਪਈ। ਤੇ ਗੱਲ ਕੈਬਨਿਟ ਬੈਠਕ ਦੀ ਵੀ ਕਰਾਂਗੇ ਜਿੱਥੇ ਬਦਲੀਆਂ ਨੂੰ ਲੈ ਕੇ ਰੰਧਾਵਾ ਰਾਣਾ ਗੁਰਜੀਤ ਦੇ ਵਿੱਚ ਤਕਰਾਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ। ਜਿਹੜੇ ਮਹਿਮਾਨ ਅੱਜ ਸਾਡੇ ਨਾਲ ਜੁੜ ਰਹੇ ਨੇ ਇਸ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਸਾਡੇ ਨਾਲ BJP ਨੂੰ ਰਿਪਰੈਜ਼ੈਂਟ ਕਰਨਗੇ ਅਨਿਲ ਸਰੀਨ ਜੀ ਜੁੜ ਰਹੇ ਨੇ। ਸਰੀਨ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਅਰਸ਼ਪ੍ਰੀਤ ਸਿੰਘ ਖਡਿਆਲ ਜੁੜਨਗੇ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਅਰਸ਼ਦੀਪ ਸਿੰਘ ਕਲੇਰ ਜੀ ਜੁੜ ਰਹੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਮਾਲਵਿੰਦਰ ਸਿੰਘ ਕੰਗ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਸਭ ਤੋਂ ਪਹਿਲਾਂ ਕਲੇਰ ਸਾਹਿਬ, ਤੁਹਾਡੇ ਤੱਕ ਆਵਾਜ਼ ਮੇਰੀ ਪਹੁੰਚ ਰਹੀ ਹੋਏਗੀ ਉਮੀਦ ਕਰਦਾ ਤੇ ਤੁਹਾਡੇ ਤੋਂ ਹੀ ਜਾਣਨਾ ਚਾਹੁੰਦਾ ਹਾਂ ਸਰ, 2 ਦਿਨ ਦੀ ਛੁੱਟੀ ਦੇ ਉੱਤੇ ਬਹੁਤ ਬਵਾਲ ਅਕਾਲੀ ਦਲ ਨੂੰ ਲੱਗ ਰਿਹਾ ਕਿ ਸਭ ਸਾਡੇ ਖਿਲਾਫ ਹੀ ਹੋ ਰਿਹਾ ਹੈ, ਸਾਡੇ ਖਿਲਾਫ ਹੀ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਨੇ, ਸਾਨੂੰ ਹੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਕਰਕੇ ਕੋਈ ਅਫਸਰ ਦੀ ਸਿਹਤ ਖਰਾਬ ਹੋਗੀ ਉਹ ਤਾਂ ਵੀ ਅਕਾਲੀ ਦਲ ਆਪਣੇ ਨਾਲ ਜੋੜ ਲੈਂਦਾ ਹੈ, ਜੇਕਰ ਕਿਸੇ ਅਫਸਰ ਨੇ 2 ਦਿਨ ਦੀ ਛੁੱਟੀ ਲੈ ਲਈ ਉਹ ਵੀ ਅਕਾਲੀ ਦਲ ਆਪਣੇ ਨਾਲ ਜੋੜ ਲੈਂਦਾ ਹੈ। ਅਜਿਹਾ ਕਿਉਂ? ਗੌਰਵ ਜੀ ਦੇਖੋ, ਅਸੀਂ ਪਹਿਲਾਂ ਵੀ 2 ਪ੍ਰੈਸ ਕਾਨਫਰੰਸਾਂ ਕੀਤੀਆਂ ਨੇ ਔਰ ਜੋ ਅਸੀਂ ਕਿਹਾ, ਚਾਹੇ ਮੈਡਮ ਰਜਿੰਦਰ ਕੌਰ ਮੀਮਸਾ ਵਾਲਾ ਹੋਵੇ ਕਿ ਉਹਦਾ 164 ਦੇ ਬਿਆਨ ਲਿਖਣ ਦੀ ਤਿਆਰੀ ਕੀਤੀ ਜਾ ਰਹੀ ਹੈ, ਗਵਰਨਰ ਹਾਊਸ ਦੇ ਵਿੱਚ ਛਡਿਅੰਤਰ ਰਚਿਆ ਗਿਆ, ਉਹ ਵੀ ਲੋਕਾਂ ਦੇ ਸਾਹਮਣੇ ਆਇਆ, ਸੱਚ ਸਾਬਤ ਹੋਇਆ। ਹੁਣ ਤੁਸੀਂ ਦੇਖੋਗੇ ਕਿ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਤੀਜਾ ADGP, ਪਹਿਲਾਂ ਅਰਪਿਤ ਸ਼ੁਕਲਾ ਜੀ, ਫਿਰ ਵਰਿੰਦਰ ਕੁਮਾਰ ਜੀ ਤੇ ਹੁਣ ਅਸਥਾਨਾ ਸਾਹਿਬ, ਇਹਨਾਂ ਦਾ CM ਦੀ ਮੀਟਿੰਗ ਤੋਂ ਪਹਿਲਾਂ ਛੁੱਟੀ ਤੇ ਜਾਣਾ, ਇਹ ਬੜਾ ਸਪਸ਼ਟ ਹੈ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਅਫਸਰਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਕਿ ਕਾਰਵਾਈ ਕੀਤੀ ਜਾਵੇ, ਕਿਉਂਕਿ ਕਾਂਗਰਸ ਨਾਨ ਪਰਫਾਰਮੈਂਸ ਤੇ ਘਿਰੀ ਹੋਈ ਹੈ, ਵਾਅਦੇ ਕੋਈ ਪੂਰੇ ਹੋਏ ਨਹੀਂ। ਸੋ ਕਿਸੇ ਤਰੀਕੇ ਚਾਹੇ ਸਰਦਾਰ ਸੁਖਬੀਰ ਸਿੰਘ ਬਾਦਲ ਚਾਹੇ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਨੂੰ ਫੜ ਕੇ ਅੰਦਰ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਮੂੰਹ ਦਿਖਾਇਆ ਜਾਵੇ। ਦੇਖੋ, ਤੁਹਾਡੇ ਪਲੇਟਫਾਰਮ ਤੇ ਮੈਂ ਕੁਝ ਫੈਕਟਸ ਰੱਖਣੇ ਚਾਹੁੰਦਾ ਜਿਹੜੇ ਕਿ ਕਲੈਰਿਟੀ ਲੈ ਕੇ ਆਉਣਗੇ। ਠੀਕ ਹੈ। ਇੱਕ CWP 88 ਹੈ 2014 ਦੀ, ਜਿਹਦੇ ਚ ਹਾਈ ਕੋਰਟ ਗਏ ਬਿੱਟੂ ਔਲਖ, ਜਗਜੀਤ ਚਹਿਲ, ਜਗਦੀਸ਼ ਭੋਲਾ, ਡਰੱਗ ਕੇਸ ਦੀ ਮੈਂ ਗੱਲ ਕਰ ਰਿਹਾ। ਠੀਕ ਹੈ। ਉਹਦੇ ਵਿੱਚ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਤੇ ਬੈਂਚ ਸੀਗਾ ਜਸਟਿਸ ਸੂਰਯਕਾਂਤ ਦਾ ਤੇ ਜਸਟਿਸ P ਬਜੰਤਰੀ ਦਾ, ਜਿੱਥੇ ਇਹਨਾਂ ਨੇ ਕਿਹਾ ਕਿ CBI ਨੂੰ ਭੇਜੀ ਜਾਵੇ। ਕੋਰਟ ਨੇ ਮਨਾ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੀ ਇਨਵੈਸਟੀਗੇਸ਼ਨ ਕਰੇਗੀ, ਪੰਜਾਬ ਪੁਲਿਸ ਹੀ ਕਰੇਗੀ, ਔਰ ਉਹਨਾਂ ਨੇ ਇੱਕ ਸਿਟ ਕਨਸਟੀਟਿਊਟ ਕੀਤੀ 3 IGਆਂ ਦੀ, ਜਿਹਦੇ ਚ ਈਸ਼ਵਰ ਸਿੰਘ, ਮੈਡਮ V ਨੀਰਜਾ ਤੇ ਨਗੇਸ਼ਵਰ ਰਾਓ ਸੀ। ਤੇ ਹਾਈ ਕੋਰਟ ਨੇ ਸਪੈਸ਼ਲ ਕਿਹਾ ਕਿ ਸਿਟ ਰੀਵਿਜ਼ਿਟ ਕਰੇਗੀ, ਰੀ ਇਨਕੁਆਇਰ ਕਰੇਗੀ ਤੇ ਰੀ ਇਨਵੈਸਟੀਗੇਟ ਕਰੇਗੀ ਸਾਰੇ ਡਰੱਗ ਕੇਸਿਸ ਨੂੰ, ਔਰ ਅਗਰ ਕੋਈ ਗਲਤ ਫਸਾਇਆ ਗਿਆ ਤਾਂ ਉਹਨੂੰ ਇਨੋਸੈਂਟ ਡਿਕਲੇਅਰ ਕਰੂਗੀ, ਜੇ ਕੋਈ ਛੱਡਿਆ ਗਿਆ ਤਾਂ ਉਹਨੂੰ ਇਹਦੇ ਚ ਇਨਵੋਲਵ ਕੀਤਾ ਜਾਊਗਾ। ਹਾਈ ਕੋਰਟ ਦੀ ਡਾਇਰੈਕਸ਼ਨ ਸੁਪਰਵਿਜ਼ਨ ਨੀਚੇ ਸਿਟ ਨੇ 10 ਚਲਾਨ ਪੇਸ਼ ਕੀਤੇ। 10 ਚਲਾਨਾਂ ਦੇ ਵਿੱਚ ਕਿਸੇ ਵੀ ਵੱਡੇ ਲੀਡਰ ਦਾ ਨਾਂ ਨਹੀਂ ਆਇਆ, ਔਰ ਵਿਕਰਮ ਮਜੀਠੀਆ ਦਾ ਨਾਂ ਇੱਕ ਕਨਸਪੀਰੇਸੀ ਤਹਿਤ ਕੌਣ ਲੈ ਕੇ ਆਉਂਦਾ ਹੈ? ਜਿਹੜੇ ਸਾਡੇ ਹਾਈ ਕੋਰਟ ਦੇ ਵਕੀਲ ਹੈ ਨਵਕਿਰਨ ਸਿੰਘ, ਜਿਹੜੇ ਆਪ ਨਾਲ ਜੁੜੇ ਹੋਏ ਨੇ, ਨੈਸ਼ਨਲ ਕਨਵੀਨਰ ਨੇ ਹਿਊਮਨ ਰਾਈਟ ਸੈੱਲ ਆਪ ਦੇ, ਉਹ 3 ਕੰਪਲੇਂਟਾਂ ਲੈ ਕੇ ਆਉਂਦੇ ਆ PIL ਦੇ ਵਿੱਚ, ਜਦਕਿ PIL ਦੇ ਵਿੱਚ ਕ੍ਰਿਮੀਨਲ ਕੰਪਲੇਂਟ ਦਾ ਕੋਈ ਸਕੋਪ ਨਹੀਂ ਹੈਗਾ। ਉਹ 3 ਕੰਪਲੇਂਟਾਂ ਲੈ ਕੇ ਆਉਂਦੇ। ਕਦੋਂ ਲੈ ਕੇ ਆਉਂਦੇ? ਇੱਕ 2017 ਦੀ ਇਲੈਕਸ਼ਨ ਚ ਵਿਧਾਨ ਸਭਾ ਦੀ ਚ, ਫਿਰ 2019 ਦੀ ਇਲੈਕਸ਼ਨ ਦੇ ਵਿੱਚ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੈ, ਤੇ ਹੁਣ 2021 ਚ ਜਦੋਂ ਫਿਰ ਵਿਧਾਨ ਸਭਾ ਦੀ ਇਲੈਕਸ਼ਨ ਹੈ। ਸੋ ਇਸ਼ੂ ਨੂੰ ਪੋਲਿਟਿਸਾਈਜ਼ ਕੀਤਾ ਜਾ ਰਿਹਾ ਹੈ। ਹੁਣ ਜਿਹੜੀ ਮੈਂ ਕਲੇਰ ਸਾਹਿਬ ਦੁਬਾਰਾ ਆ ਰਹੇ ਹਾਂ ਥੋੜੇ ਸੌਖੇ ਸ਼ਬਦਾਂ ਦੇ ਵਿੱਚ। ਤੁਸੀਂ ਜਿਹੜਾ ਜ਼ਿਕਰ ਕਰ ਰਹੇ ਹੋ ਕਿ ਕਿਸੇ ਆਗੂ ਦਾ ਨਾਮ ਨਹੀਂ ਹੈ,
ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਿਹੜੀਆਂ PILs ਦੇ ਵਿੱਚ ਕੰਪਲੇਂਟਸ ਪਾਈਆਂ ਗਈਆਂ ਉਹਨਾਂ ਦਾ ਵੀ ਤੁਸੀਂ ਜ਼ਿਕਰ ਕਰ ਰਹੇ ਹੋ, ਪਰ ਮੇਰਾ ਸਵਾਲ ਉੱਥੇ ਹੀ ਸਟੈਂਡ ਕਰ ਰਿਹਾ ਹੈ ਕਿ ਇਹਨਾਂ ਸਭ ਦਾ ਅਫਸਰਾਂ ਦੀ ਛੁੱਟੀ ਦੇ ਨਾਲ ਕੀ ਤਾਲੁਕ? ਕਿਉਂਕਿ ਲੋਕ ਇਹ ਵੀ ਇਸ ਸਮੇਂ ਜਾਣਨਾ ਚਾਹੁੰਦੇ ਨੇ ਕਿ 2 ਦਿਨ ਦੀ ਛੁੱਟੀ ਹੈ, ਕੋਈ ਇਸ ਤਰ੍ਹਾਂ ਤਾਂ ਹੈ ਨਹੀਂ ਕਿ 15 ਦਿਨ ਦੀ ਛੁੱਟੀ ਲੈ ਲਈ ਜਾਂ 20 ਦਿਨ ਦੀ ਛੁੱਟੀ ਲੈ ਲਈ ਕਿ ਜਦੋਂ ਕੋਡ ਆਫ ਕੰਡਕਟ ਖਤਮ ਹੋ ਜਾਏਗਾ ਉਸ ਤੋਂ ਬਾਅਦ ਅਸਥਾਨਾ ਵਾਪਸ ਆ ਜਾਣਗੇ ਆਪਣੇ ਅਹੁਦੇ ਉੱਤੇ। ਸਿਰਫ 2 ਦਿਨ ਦੀ ਛੁੱਟੀ ਹੈ। ਕਿਉਂ ਅਕਾਲੀ ਦਲ ਨੂੰ ਲੱਗ ਰਿਹਾ ਕਿ ਇਹ 2 ਦਿਨ ਦੇ ਵਿੱਚ ਹੀ ਛੁੱਟੀ ਸਿਰਫ ਤੁਹਾਡੇ ਕਰਕੇ ਲਈ ਜਾ ਰਹੀ ਹੈ ਜਾਂ ਤੁਹਾਡੇ ਆਗੂਆਂ ਨੂੰ ਗ੍ਰਿਫਤਾਰ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ? ਗੌਰਵ ਜੀ, ਬੜਾ ਸਪਸ਼ਟ ਹੈ ਕਿ ਇੱਕ ਬਿਊਰੋ ਆਫ ਇਨਵੈਸਟੀਗੇਸ਼ਨ ਚ ਤੁਸੀਂ 1.5 ਮਹੀਨੇ ਚ ਤੀਜਾ ਅਫਸਰ ਬਦਲਤਾ ਔਰ ਸਰਕਾਰ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੀ ਹੈ। ਗੱਲਾਂ ਅਫਸਰ ਹੀ ਬਾਹਰ ਕੱਢਦੇ ਨੇ। ਤੁਸੀਂ ਕਿਸੇ ਅਫਸਰ ਤੋਂ ਗਲਤ ਕੰਮ ਕਰਾਉਣਾ ਚਾਹੋਗੇ, ਤੁਸੀਂ ਉਸ ਅਫਸਰ ਨੂੰ ਕਹੋਗੇ ਕਿ ਤੂੰ ਗਲਤ ਕਿਸੇ ਨੂੰ ਕੇਸਾਂ 'ਚ ਫਸਾ ਦੇ। ਕੋਈ ਅਫਸਰ, ਕੋਈ ਪੁਲਿਸ, ਕੋਈ ਸਰਕਾਰ ਲਾਅ ਤੋਂ ਉੱਪਰ ਨਹੀਂ। ਗਲਤ ਕੰਮ ਕਰਾਉਣ ਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਚੰਨੀ ਸਾਹਿਬ ਵੱਲੋਂ, ਸੁੱਖੀ ਰੰਧਾਵਾ ਵੱਲੋਂ, ਨਵਜੋਤ ਸਿੱਧੂ ਵੱਲੋਂ। ਤੁਸੀਂ ਕਹਿ ਰਹੇ ਹੋ ਅਫਸਰ ਤੁਹਾਨੂੰ ਜਾਣਕਾਰੀ ਦੇ ਰਹੇ ਨੇ, ਤੁਸੀਂ ਕਹਿ ਰਹੇ ਹੋ ਕਿ ਅਫਸਰ ਤੁਹਾਨੂੰ ਇਹੀ ਜਾਣਕਾਰੀ ਦੇ ਰਹੇ ਨੇ ਕਿ ਅੰਦਰੋਂ ਖਬਰ ਅਕਾਲੀ ਦਲ ਨੂੰ ਮਿਲ ਰਹੀ ਹੈ। ਅਫਸਰ ਹੀ ਜਾਣਕਾਰੀਆਂ ਬਾਹਰ ਕੱਢਦੇ ਨੇ ਜੀ ਕਿ ਕਿਸ ਤਰੀਕੇ ਦੇ ਨਾਲ ਸਰਕਾਰ ਇੱਕ ਗਲਤ ਛੜਯੰਤਰ ਰਚ ਕੇ ਲੀਡਰਾਂ ਨੂੰ ਫਸਾਉਣਾ ਚਾਹੁੰਦੀ ਹੈ ਔਰ ਉਸੇ ਦਾ ਮੈਨੂੰ ਨਹੀਂ ਲੱਗਦਾ ਕਿ ਕੋਈ ਅਫਸਰ ਗਲਤ ਕੰਮ ਕਰਨਾ ਚਾਹੁੰਦਾ, ਇਸ ਲਈ ਇਸ ਤੋਂ ਵੱਖ ਕਰਨਾ ਚਾਹੁੰਦੇ। ਠੀਕ ਹੈ, ਮੈਂ ਸਰ ਤੁਹਾਡੇ ਕੋਲ ਵਾਪਸ ਆਉਂਗਾ। ਉਮੀਦ ਕਰਦਾ ਕਿ ਜਲਦੀ ਕਾਂਗਰਸ ਦੇ ਨੁਮਾਇੰਦੇ ਵੀ ਸਾਡੇ ਨਾਲ ਜੁੜ ਜਾਣ, ਪਰ ਇਸ ਸਭ ਦੇ ਵਿਚਾਲੇ ਮੈਂ ਮਾਲਵਿੰਦਰ ਕੰਗ ਜੀ ਦਾ ਰੁਖ ਕਰਦਾ ਹਾਂ। ਕੰਗ ਸਾਹਿਬ, ਆਮ ਆਦਮੀ ਪਾਰਟੀ ਨੂੰ ਕੁਝ ਵੱਖਰਾ ਲੱਗਦਾ, ਮੈਂ ਸੈਕੰਡ ਪੁਆਇੰਟ ਦੇ ਉੱਤੇ ਆਉਂਗਾ, ਪਰ ਪਹਿਲਾਂ ਛੁੱਟੀ ਵਾਲੇ ਪੁਆਇੰਟ ਦੇ ਉੱਤੇ ਕਿ ਤੁਹਾਨੂੰ ਵੀ ਲੱਗਦਾ ਕਿ ਜਿਹੜੀ ਛੁੱਟੀ ਦੇ ਉੱਤੇ ਅਫਸਰ ਜਾ ਰਹੇ ਨੇ ਇਸ ਦੇ ਪਿੱਛੇ ਕੋਈ ਸਿਆਸੀ ਦਬਾਅ ਹੈ ਕਿ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ? ਹਾਲਾਂਕਿ ਕਲੇਰ ਸਾਹਿਬ ਨੇ ਤਾਂ ਆਮ ਆਦਮੀ ਪਾਰਟੀ ਦੇ ਉੱਤੇ ਵੀ ਸਵਾਲ ਚੁੱਕੇ ਨੇ। ਦੇਖੋ ਗੌਰਵ ਜੀ, ਇੱਕ ਬੜਾ ਅਨਫੋਰਚੂਨੇਟ ਘਟਨਾ ਹੈ ਸਾਰੀ ਵੀ ਸਾਡੇ ਜਿਹੜੇ ਆਫੀਸਰਸ ਹੈ ਜੀ ਉਹ ਲਗਾਤਾਰ ਇੱਕ ਤੋਂ ਬਾਅਦ ਇੱਕ ਛੁੱਟੀ ਤੇ ਜਾ ਰਹੇ ਆ ਤੇ ਔਰ ਕਾਂਗਰਸ ਜਿਹੜੀ 2017 ਤੇ ਜਿਸ ਏਜੰਡੇ ਨਾਲ ਆਈ ਸੀ ਸਰਕਾਰ ਉਸ ਤੇ ਕੋਈ ਪੂਰਾ ਨਹੀਂ ਹੋਇਆ। ਤੇ ਜਿਹੜੇ ਰੰਧਾਵਾ ਸਾਹਿਬ ਹੈ ਔਰ ਜਿਹੜੇ ਹੋਮ ਮਿਨਿਸਟਰ ਹੈ ਜਿਹੜੇ ਝੋਲੀਆਂ ਅੱਡਦੇ ਰਹੇ ਆ ਪਹਿਲਾਂ ਜੀ, ਉਹਨਾਂ ਨੂੰ ਕੀ ਪ੍ਰੋਬਲਮ ਹੈ ਇਸ ਟਾਈਮ ਵੀ ਕਿਸੇ ਵੀ ਇਸ਼ੂਸ ਤੇ ਪੰਜਾਬ ਦੇ ਲੋਕਾਂ ਨੂੰ ਜਸਟਿਸ ਨਹੀਂ ਦੇ ਪਾ ਰਹੇ। ਤੇ ਇਹ ਬੜਾ ਅਨਫੋਰਚੂਨੇਟ ਹੈ ਜਿਸ ਤਰੀਕੇ ਦਾ ਨੈਕਸਸ ਦਿਖਾਇਆ ਜਾ ਰਿਹਾ ਹੈ। ਅਸੀਂ ਇਸ ਕਰਕੇ ਹੀ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਇਹ ਤੇ ਇਨਕੁਆਇਰੀ ਹੋਣੀ ਚਾਹੀਦੀ ਆ ਜੀ ਕਿ ਜਿਸ ਤਰੀਕੇ ਨਾਲ ਕੈਬਨਿਟ ਦੇ ਅੰਦਰ ਇੱਕ ਵਜ਼ੀਰ, ਹੋਮ ਮਿਨਿਸਟਰ ਔਰ ਡਿਪਟੀ CM ਤੇ ਆਰੋਪ ਲਾ ਰਿਹਾ ਪੈਸੇ ਲਾ ਕੇ ਬਦਲੀਆਂ ਦੇ, ਇਹਦੇ ਪਿੱਛੇ ਸਾਰੀ ਮਨਸ਼ਾ ਸਰਕਾਰ ਦੀ ਕੀ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਦੁੱਧ ਦਾ ਦੁੱਧ ਤੇ ਪਾਣੀ ਪਾਣੀ। ਠੀਕ ਹੈ, ਮਤਲਬ ਕੰਗ ਜੀ ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ, ਤੁਸੀਂ ਦੋਵੇਂ ਚੀਜ਼ਾਂ ਨੂੰ ਰਿਲੇਟ ਕਰ ਰਹੇ ਹੋ, ਅਫਸਰਾਂ ਦੇ ਛੁੱਟੀ ਦੇ ਉੱਤੇ ਜਾਣਾ, SK ਅਸਥਾਨਾ ਦਾ ਛੁੱਟੀ ਦੇ ਉੱਤੇ ਜਾਣਾ ਤੇ ਦੂਜੇ ਪਾਸੇ ਬਦਲੀਆਂ ਨੂੰ ਲੈ ਕੇ ਲੱਗ ਰਹੇ ਇਲਜ਼ਾਮ, ਤੁਸੀਂ ਕੋਰਿਲੇਟ ਕਰ ਰਹੇ ਹੋ ਇਹਨਾਂ ਚੀਜ਼ਾਂ ਨੂੰ? ਇਹਦਾ ਕਾਰਨ ਹੈ ਗੌਰਵ ਜੀ, ਕਿਤੇ ਨਾ ਕਿਤੇ ਐ ਲੱਗਦਾ ਹੈ ਵੀ ਇਹ ਅਫਸਰਸ ਤੇ ਕਈ ਤਰ੍ਹਾਂ ਦੇ ਦਬਾਅ ਪਾਏ ਜਾ ਰਹੇ ਆ। ਔਰ ਕਿਹੋ ਜਿਹੇ ਦਬਾਅ? ਤੁਹਾਨੂੰ ਲੱਗਦਾ ਕਿ ਅਕਾਲੀ ਦਲ ਤੇ ਕਾਰਵਾਈ ਕਰਨ ਦਾ ਦਬਾਅ ਹੈ? ਨਹੀਂ, ਸਾਨੂੰ ਇਹ ਲੱਗਦਾ ਵੀ ਅਕਾਲੀ ਦਲ ਔਰ ਕਾਂਗਰਸ ਮਿਲ ਕੇ ਇੱਕ ਗੇਮ ਖੇਡ ਰਹੇ ਆ ਇੱਕ ਦੂਜੇ ਨੂੰ ਬਚਾਉਣ ਦੀ। ਤਾਂ ਹੀ ਜਿਹੜੇ ਮਜੀਠੀਆ ਸਾਹਿਬ 4.5 ਸਾਲ ਹਾਈ ਕੋਰਟ ਨਹੀਂ ਗਏ, ਹੁਣ ਹਾਈ ਕੋਰਟ ਚਲੇ ਗਏ ਆ। ਪਹਿਲਾਂ ਤੇ ਗਏ ਕਿਉਂਕਿ ਲਿੰਗਰ ਔਨ ਕਰਨਾ ਚਾਹੁੰਦੇ ਆ। ਜਦੋਂ ਤੁਹਾਡਾ ਦੋਸ਼ ਹੀ ਕੋਈ ਨਹੀਂ ਹੈ ਅਕਾਲੀ ਦਲ ਦਾ ਤੇ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ। ਜੋ ਤੁਹਾਡਾ ਦੋਸ਼ ਨਹੀਂ ਹੈ ਤੇ ਬੜੀ ਸੁਭਾਵਿਕ ਜੀ ਗੱਲ ਹੈ, ਤੁਹਾਨੂੰ ਜੁਡੀਸ਼ਰੀ ਤੇ ਭਰੋਸਾ ਹੋਣਾ ਚਾਹੀਦਾ ਹੈ। ਸਾਨੂੰ ਇਹ ਲੱਗਦਾ ਹੈ ਵੀ ਕਾਂਗਰਸ ਟਾਈਮ ਜਿਹੜਾ ਹੈ ਇਹਨਾਂ ਅਫਸਰਸ ਤੇ ਅਨਸੈਸਰੀ ਦਬਾਅ ਪਾ ਕੇ ਇਹ ਸਾਰੇ ਜਿਹੜੇ ਇਸ਼ੂਜ਼ ਹੈ ਪੰਜਾਬ ਦੇ ਲੋਕਾਂ 'ਚ ਬੇਅਦਬੀ ਦਾ, ਨਸ਼ਿਆਂ ਦਾ, ਉਹਨਾਂ ਨੂੰ ਲਿੰਗਰ ਔਨ ਕਰਨਾ ਚਾਹੁੰਦੀ ਹੈ ਔਰ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੀ ਹੈ। ਠੀਕ ਹੈ, ਇਸ ਵਿਚਾਲੇ ਸਾਡੇ ਨਾਲ ਅਰਸ਼ਪ੍ਰੀਤ ਖਡਿਆਲ ਜੀ ਜੁੜ ਚੁੱਕੇ ਨੇ। ਕਲੇਰ ਸਾਹਿਬ, ਮੈਂ ਤੁਹਾਡੇ ਕੋਲ ਆਵਾਂਗਾ। ਕਾਂਗਰਸ ਦੇ ਨੁਮਾਇੰਦੇ ਜੁੜ ਚੁੱਕੇ ਨੇ। ਸਰੀਨ ਸਾਹਿਬ, ਮੈਂ ਤੁਹਾਡੇ ਕੋਲ ਵੀ ਆਉਣਾ ਹੈ, ਪਰ ਪਹਿਲਾਂ ਮੈਂ ਖਡਿਆਲ ਸਾਹਿਬ ਦਾ ਇੱਕ ਰਿਐਕਸ਼ਨ ਲੈਣਾ। ਖਡਿਆਲ ਸਾਹਿਬ, 2 ਤਰ੍ਹਾਂ ਦੇ ਇਲਜ਼ਾਮ ਨੇ। ਪਹਿਲਾ, ਅਕਾਲੀ ਦਲ ਕਹਿ ਰਿਹਾ ਹੈ ਕਿ ਅਫਸਰਾਂ ਦੇ ਉੱਤੇ ਦਬਾਅ ਹੈ ਕਿ ਸੁਖਬੀਰ ਬਾਦਲ, ਵਿਕਰਮ ਮਜੀਠੀਆ ਤੇ ਕਾਰਵਾਈ ਕਰੋ। ਅਫਸਰ ਕਹਿੰਦੇ ਅਸੀਂ ਝੂਠੀ ਕਾਰਵਾਈ ਕਰਨੀ ਨਹੀਂ, ਇਸ ਕਰਕੇ ਉਹ ਛੁੱਟੀ ਤੇ ਜਾ ਰਹੇ ਨੇ। ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਸ ਪੂਰੇ ਮਾਮਲੇ ਨੂੰ, ਉਹ ਚਾਹੇ ਨਸ਼ਿਆਂ ਦਾ ਹੋਵੇ, ਬੇਅਦਬੀ ਦਾ ਮੁੱਦਾ ਹੋਵੇ, ਗੋਲੀकांड ਦਾ ਮੁੱਦਾ ਹੋਵੇ, ਉਸ ਨੂੰ ਠੰਡੇ ਬਸਤੇ ਦੇ ਵਿੱਚ ਪਾਉਣ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ। ਇਸ ਕਰਕੇ ਅਫਸਰ ਛੁੱਟੀ ਤੇ ਜਾ ਰਹੇ ਨੇ ਤੇ ਬਦਲੀਆਂ ਨੂੰ ਲੈ ਕੇ ਵੀ ਵਿਵਾਦ ਹੋ ਰਿਹਾ ਹੈ। ਅਰਸ਼ਪ੍ਰੀਤ ਜੀ, ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਚੋਰ ਕੀ ਦਾੜੀ में तिनका वाली ਗੱਲ ਹੈ। ਇਹਨਾਂ ਖਿਲਾਫ ਜੇ ਕੁਝ ਹੈ ਹੀ ਨਹੀਂ, ਜੇ ਇਹਨਾਂ ਨੇ ਕੀਤਾ ਨਹੀਂ, ਵਾਈ ਡੂ ਦੇ ਹੈਵ ਟੂ ਵਰੀ ਅਬਾਊਟ ਐਨੀਥਿੰਗ? ਇਹ ਵਾਰ-ਵਾਰ ਪਹਿਲਾਂ ਹਾਈ ਕੋਰਟ ਗਏ। ਤੁਸੀਂ ਦੇਖੋ ਹਾਈ ਕੋਰਟ ਜਾਣ ਦੀ ਇਹਨਾਂ ਨੂੰ ਜ਼ਰੂਰਤ ਕੀ ਸੀ? ਨਾ ਇਹਨਾਂ ਖਿਲਾਫ ਕੋਈ ਐਕਸ਼ਨ ਲਿਆ ਗਿਆ ਸੀਗਾ, ਨਾ ਇਹਨਾਂ ਨੂੰ ਕੁਝ ਕਿਹਾ ਗਿਆ ਸੀ। ਇਥੋਂ ਪਤਾ ਲੱਗਦਾ ਹੈ ਕਿ ਐਟ ਦ ਬੈਕ ਆਫ देयर ਮਾਈਂਡ ਇਹਨਾਂ ਨੂੰ ਕਿਤੇ ਨਾ ਕਿਤੇ ਗਿਲਟ ਹੈ ਵੀ ਅਸੀਂ ਕੁਝ ਗਲਤ ਕੀਤਾ। ਦੂਜੀ ਗੱਲ, ਇਹਨਾਂ ਨੇ ਜਿਹੜਾ ਇਲਜ਼ਾਮ ਲਾਇਆ ਕਿ ਆਪਣਾ ਇੱਕ ਸਪੈਟ ਹੋਈ, ਇੱਕ ਆਰਗੂਮੈਂਟ ਹੋਈ, ਗਲਤ।
ਇਹ ਫਾਲਸ ਹੈ, ਇਹ ਪ੍ਰੋਪੇਗੈਂਡਾ ਹੈ। ਆਪੋਜੀਸ਼ਨ ਕੋਲੇ ਹੁਣ ਡਿਵੈਲਪਮੈਂਟ ਦਾ ਏਜੰਡਾ ਕੋਈ ਨਹੀਂ, ਇਹਨਾਂ ਕੋਲੇ ਕੰਮ ਦੀ ਗੱਲ ਕੋਈ ਨਹੀਂ, ਇਹਨਾਂ ਕੋਲੇ ਲੋਕਾਂ ਲਈ ਕਰਨ ਦਾ ਆਈਡੀਆ ਕੋਈ ਨਹੀਂ। ਦੈਟਸ ਵਾਈ ਇਹ ਕੀ ਕਰਦੇ, ਮੱਟ ਸਲਿੰਗਿੰਗ ਕਰਨ ਦੀ ਕੋਸ਼ਿਸ਼ ਕਰਦੇ। ਨਾਲ ਦੂਜਾ, ਜੇ ਇਹ ਜਾਂ ਕੁਝ ਹੋਇਆ ਤਾਂ ਉਹ ਕਿੱਥੇ ਹੈ ਪ੍ਰੂਫ, ਕਿੱਥੇ ਹੈ ਕੋਈ ਬੰਦਾ, ਕਿੱਥੇ ਹੈ ਕੋਈ ਲੀਡਰ, ਕਿੱਥੇ ਹੈ ਕੋਈ ਵਿਟਨੈਸ? ਇਹ ਤਾਂ ਉੱਥੇ ਬੈਠੇ ਨਹੀਂ ਸੀਗੇ ਮੀਟਿੰਗ ਦੇ ਵਿੱਚ ਜੋ ਇਹ ਕਹਿ ਰਹੇ ਕਿ ਸਪੈਟ ਹੋਈ, ਆਰਗੂਮੈਂਟ ਹੋਈ। ਨਥਿੰਗ ਦੈਟਸ ਵਾਟ ਹੈਜ਼ ਹੈਪਨਡ। ਦੂਜੀ ਗੱਲ, ਜਿਹੜੀ ਪੁਲਿਸ ਵਾਲੀ ਗੱਲ ਹੈ, ਦੇਖੋ ਇਹ ਨਾ ਅਕਾਲੀ ਦਲ ਦਾ ਕਸੂਰ ਕੋਈ ਨਹੀਂ, ਬਿਕੋਜ਼ ਇਹ ਸ਼ਾਇਦ ਆਪ ਇਸ ਤਰੀਕੇ ਨਾਲ ਸਿਸਟਮ ਨੂੰ ਚਲਾਉਂਦੇ ਸੀ, ਪੈਸੇ ਦੇ ਕੇ ਟ੍ਰਾਂਸਫਰਸ ਕਰਦੇ ਸੀ, ਜਿਹੜਾ ਨੂੰ ਲੱਗਦਾ ਹਰੇਕ ਇਹ ਕਰਦਾ। ਦੂਜਾ, ਇਹ ਕੋਸ਼ਿਸ਼ ਕਰ ਰਿਹਾ ਕਿ ਇੱਕ ਧਾਰਨਾ ਬਣਾਈ ਜਾਵੇ ਕਿ ਜੇ ਕੱਲ ਨੂੰ ਵਾਕਈ ਅਰੈਸਟ ਹੁੰਦੇ ਮਜੀਠੀਆ ਸਾਹਿਬ ਜਾਂ ਫਿਰ ਕੋਈ ਹੋਰ ਅਕਾਲੀ ਦਲ ਦੇ ਲੀਡਰ ਫॉर ਵਟਐਵਰ ਰੀਜ਼ਨ, ਇਹ ਕੱਲ ਨੂੰ ਕਹਿ ਸਕਣਗੇ ਵੀ ਦੇਖੋ ਅਸੀਂ ਤਾਂ ਕਿਹਾ ਸੀਗਾ ਕਿ ਸਾਨੂੰ ਫਰੇਮ ਕਰਨ ਦੀ ਕੋਸ਼ਿਸ਼ ਕਰ ਰਿਹਾ, ਤਾਂ ਕਰਕੇ ਬੜੇ ਕਲੇਵਰਲੀ, ਬੜੇ ਤਰੀਕੇ ਨਾਲ ਇਹ ਪਾਉਣ ਦੀ ਕੋਸ਼ਿਸ਼ ਕਰ ਰਹੇ। ਨਥਿੰਗ ਮੋਰ ਦੈਨ ਦੈਟ। whatever will happen, they should have faith in the judiciary. Judiciary ਦੇ ਵਿੱਚ ਤਾਂ faith ਰੱਖਣ। ਨਾਲੇ ਤੀਜੀ ਗੱਲ, ਮੈਂ ਇਹਨਾਂ ਨੂੰ ਇੱਕ ਸਿੰਪਲ ਜੀ ਚੀਜ਼ ਪੁੱਛਣਾ ਚਾਹਣਾ ਕਿ ਇਹ ਲੋਕ ਇਹ ਕਹਿ ਰਹੇ ਪੁਲਿਸ ਨੂੰ ਆਪਣਾ ਛੁੱਟੀ ਲੈਣੀ ਪੈ ਰਹੀ ਹੈ। ਇਹਨਾਂ ਨੂੰ ਕਿਹਨੇ ਕਿਹਾ? ਕਿਹੜੇ ਪੁਲਿਸ ਵਾਲੇ ਨੇ ਕਿਹਾ? ਤੇ ਜੇ ਕਿਹਾ ਹੈ ਤਾਂ ਉਹ ਪੁਲਿਸ ਵਾਲਾ ਕਿੱਥੇ ਹੈ? ਅੱਗੇ ਕਿਉਂ ਨਹੀਂ ਆ ਰਿਹਾ? ਕਿਉਂ ਸਟੇਟਮੈਂਟ ਨਹੀਂ ਦੇ ਰਿਹਾ? ਕਿਉਂ ਗਵਰਨਮੈਂਟ ਨੂੰ ਕੁਝ ਕਹਿ ਨਹੀਂ ਰਿਹਾ? ਕਿਉਂ ਲੀਡਰ ਤੇ ਇਲਜ਼ਾਮ ਨਹੀਂ ਲਾ ਰਿਹਾ? ਇਹਨਾਂ ਕੋਲ ਤਾਂ ਲੋਕਲ ਸਟੈਂਡ ਹੀ ਨਹੀਂ ਹੈਗਾ। ਲੋਕਲ ਸਟੈਂਡ ਹੀ ਕੋਰਟ ਦੇ ਵਿੱਚ ਹੁੰਦਾ ਜੇ ਕਿਸੇ ਕੋਲੇ ਹੱਕ ਹੋਵੇ ਕੋਰਟ ਚ ਆ ਕੇ ਕੁਝ ਕਹਿਣ ਦਾ। ਇਹਨਾਂ ਕੋਲੇ ਲੋਕਲ ਸਟੈਂਡ ਹੀ ਨਹੀਂ, ਬਿਕੋਜ਼ ਨਾ ਤਾਂ ਇਹ ਪੁਲਿਸ ਵਾਲੇ ਹੈ, ਨਾ ਗਰੀਬ ਪਾਰਟੀ ਹੈ, ਨਾ ਇਹ ਗਰੀਬ ਕਰਨ ਵਾਲੀ ਪਾਰਟੀ ਹੈ। ਨੈਵਰਦਲੈਸ ਇਹ ਵਿੱਚ ਆ ਕੇ ਬੋਲਣ ਦੀ ਕੋਸ਼ਿਸ਼ ਕਰ ਰਿਹਾ ਸਿੰਪਲੀ ਬਿਕੋਜ਼ ਬਰਾਊਨੀ ਪੁਆਇੰਟਸ ਗੇਨ ਕਰਨਾ। ਤੁਸੀਂ ਕਰ ਰਹੇ ਹੋ ਕਿ ਬਦਲੀਆਂ ਨੂੰ ਲੈ ਕੇ ਕੋਈ ਤਕਰਾਰ ਕੈਬਨਿਟ ਦੀ ਮੀਟਿੰਗ ਦੇ ਵਿੱਚ ਨਹੀਂ ਹੋਈ? ਨਹੀਂ, ਕੁਝ ਨਹੀਂ ਹੋਇਆ ਇਹਦਾ, ਪ੍ਰੋਪੇਗੈਂਡਾ ਆਪੋਜੀਸ਼ਨ ਦਾ। ਕੋਈ ਤੁਸੀਂ ਕਹਿ ਰਹੇ ਹੋ ਕਿ ਬਦਲੀਆਂ ਨੂੰ ਲੈ ਕੇ ਰਾਣਾ ਗੁਰਜੀਤ ਔਰ ਸੁਖੀ ਰੰਧਾਵਾ ਦੇ ਵਿਚਾਲੇ ਕੋਈ ਤਕਰਾਰ ਨਹੀਂ ਹੋਈ? ਨਹੀਂ, ਨਥਿੰਗ ਦੈਟਸ ਵਾਟ ਹੈਜ਼ ਹੈਪਨਡ। ਠੀਕ ਹੈ ਕਲੀਅਰ ਜੀ, ਛੋਟਾ ਜਿਹਾ ਰਿਐਕਸ਼ਨ, ਉਸ ਤੋਂ ਬਾਅਦ ਮੈਂ ਸਰੀਨ ਸਾਹਿਬ ਦਾ ਰੁਕ ਕਰਦਾ। ਕਲੀਅਰ ਜੀ। ਮੈਂ ਗੌਰਵ ਜੀ ਮੇਰੇ ਭਰਾ ਨੂੰ ਪੁੱਛਣਾ ਚਾਹੁੰਦਾ ਕਿ ਲੀਡਿੰਗ ਨਿਊਜ਼ਪੇਪਰਸ ਨੇ, ਕੰਚਨ ਵਾਸੂਦੇਵਾ, ਇੰਦਰਪ੍ਰੀਤ ਜੀ, ਚਾਹੇ ਇੰਗਲਿਸ਼ ਚਾਹੇ ਪੰਜਾਬੀ, ਇਹ ਨਿਊਜ਼ਪੇਪਰਸ ਦੀ ਸਟੋਰੀ ਹੈ ਜਿਹੜੀ ਬਾਹਰ ਆਈ ਹੈ, ਜਿਨ੍ਹਾਂ ਨੇ ਕਿਹਾ ਕਿ ਕੈਬਨਿਟ ਮੀਟਿੰਗ ਦੇ ਵਿੱਚ ਕੁਰਸੀਆਂ ਤੋੜਨ ਤੱਕ ਦੀ ਨੌਬਤ ਆਈ ਹੈ। ਪੈਸੇ ਦੇ ਇਲਜ਼ਾਮ ਨੇ, ਔਰ ਤੁਸੀਂ ਦੇਖੋਗੇ ਕਿ 2 ਕਰੋੜ ਤੋਂ 5 ਕਰੋੜ ਦੇ ਵਿੱਚ ਅਗਰ ਐਸਐਸਪੀ ਵੇਚਿਆ ਜਾ ਰਿਹਾ ਹੈ ਤਾਂ ਫਿਰ ਉਹ ਤੋਂ ਬਾਅਦ ਡੀਐਸਪੀ ਕਿੰਨੇ ਨੇ, ਐਸਪੀ ਕਿੰਨੇ ਨੇ? ਇਹ 400-500 ਕਰੋੜ ਦਾ ਸਕੈਮ ਹੈ। ਜਿਸ ਤਰੀਕੇ ਮਹਾਰਾਸ਼ਟਰ ਦੇ ਵਿੱਚ ਇੱਕ ਸੀਪੀ ਨੇ ਉੱਥੋਂ ਦੇ ਗ੍ਰਹਿ ਮੰਤਰੀ ਤੇ ਲਾਇਆ, ਉਹਨੂੰ ਰਿਜ਼ਾਈਨ ਕਰਨਾ ਪਿਆ, ਤਾਂ ਪਹਿਲਾਂ ਸੁਖੀ ਰੰਧਾਵਾ ਜੀ ਜਿਨ੍ਹਾਂ ਤੇ ਐਡੇ ਐਡੇ ਇਲਜ਼ਾਮ ਲੱਗੇ ਨੇ, ਮੋਰੈਲਿਟੀ ਦਿਖਾਉਣ, ਅਸਤੀਫਾ ਦੇਣ। ਇਹ ਬਹੁਤ ਵੱਡਾ ਸਕੈਮ ਹੈ, ਕਿਉਂਕਿ ਇੱਕ ਪਾਸੇ ਤਾਂ ਚੰਨੀ ਸਾਹਿਬ ਗੱਲ ਕਰਦੇ ਨੇ ਕਿ ਜੀ ਨੈਸ਼ਨਲ ਸਿਕਿਉਰਿਟੀ ਦਾ ਜੀ ਤੁਸੀਂ ਬਾਰਡਰ ਸਟਰੈਂਥਨ ਕਰੋ, ਦੂਜੇ ਪਾਸੇ ਸੈਕੰਡ ਲਾਈਨ ਆਫ ਡਿਫੈਂਸ ਨੂੰ ਤੁਸੀਂ ਵੇਚਣ ਤੇ ਲਾਇਆ ਹੋਇਆ ਪੰਜਾਬ ਦੇ ਵਿੱਚ। ਠੀਕ ਹੈ, ਜਵਾਬ ਲੈ ਲੈਣ ਦੋ ਖੜਿਆਲ ਸਾਹਿਬ। ਖੜਿਆਲ ਸਾਹਿਬ, ਰਾਣਾ ਗੁਰਜੀਤ ਨੂੰ ਵੀ ਸਵਾਲ ਹੋਇਆ ਸੀ, ਬਹੁਤ ਸਪਸ਼ਟ ਜਵਾਬ ਨਹੀਂ ਦਿੱਤਾ ਉਹਨਾਂ ਨੇ, ਮਨਾ ਜ਼ਰੂਰ ਕੀਤਾ ਸੀ, ਬਹੁਤ ਸਪਸ਼ਟ ਜਵਾਬ ਨਹੀਂ ਸੀ। ਠੀਕ ਹੈ ਖੜਿਆਲ ਸਾਹਿਬ, ਆਪਾਂ ਰਿਐਕਸ਼ਨ ਲੈ ਲਈਏ। ਖੜਿਆਲ ਸਾਹਿਬ। ਗੌਰਵ ਜੀ, ਮੇਰਾ ਤਾਂ ਇਹਨਾਂ ਨੂੰ ਸਿੱਧਾ ਸਵਾਲ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਐਲੀਗੇਸ਼ਨ ਥੋੜਾ ਜਿਹਾ ਹੋਲਡ ਕਰੋ, ਕੈਬਨਿਟ ਮੰਤਰੀ ਲਾ ਰਿਹਾ ਹੈ, ਕੋਈ ਆਮ ਬੰਦਾ ਨਹੀਂ ਲਾ ਰਿਹਾ। ਕੈਬਨਿਟ ਮੰਤਰੀ ਕਨਸਟੀਟਿਊਸ਼ਨਲ ਪੋਸਟ ਉਹ ਕਹਿ ਰਹੇ ਤੁਸੀਂ ਆਪਣੇ ਸੋਰਸ ਦੱਸੋ ਨਾ, ਤੁਸੀਂ ਆਪਣੇ ਸੋਰਸ ਦੱਸ ਦਿਓ। ਜੇ ਤੁਸੀਂ ਪੁਲਿਸ ਵਾਲੀ ਗੱਲ ਕਹਿ ਰਹੇ ਹੋ ਜਾਂ ਫਿਰ ਕੈਬਨਿਟ ਮੀਟਿੰਗ ਦਾ ਜ਼ਿਕਰ ਕਰ ਰਹੇ ਹੋ ਤਾਂ ਦੱਸੋ। ਇੱਕ ਸੈਕਿੰਡ ਸਰ, ਆਪਾਂ ਜਵਾਬ ਲੈ ਲਈਏ। ਅਰਸ਼ਪ੍ਰੀਤ ਜੀ, ਖੜਿਆਲ ਜੀ। ਪਹਿਲੀ ਗੱਲ ਦੇਖੋ, ਇਹ ਕਹਿ ਰਹੇ ਨਿਊਜ਼ਪੇਪਰਸ ਦੇ ਵਿੱਚ ਇਹ ਚੀਜ਼ ਆਈ ਹੈ। ਬਈ ਨਿਊਜ਼ਪੇਪਰਸ ਦੇ ਵਿੱਚ ਜੇ ਹਰੇਕ ਗੱਲ ਕੀਤੀ ਲਿਖੀ ਸੱਚ ਹੁੰਦੀ ਤਾਂ ਬਾਦਲ ਸਾਹਿਬ ਤੇ ਜਿੰਨੇ ਐਲੀਗੇਸ਼ਨ ਨਿਊਜ਼ਪੇਪਰਸ ਲੱਗਿਆ, ਮਜੀਠੀਆ ਸਾਹਿਬ ਤੇ ਲੱਗਿਆ, ਉਹ ਤਾਂ ਤੁਹਾਨੂੰ ਸੱਚ ਮੰਨ ਲੈਣੇ ਚਾਹੀਦੇ। ਦੂਜਾ, ਮੈਂ ਤੁਹਾਨੂੰ ਪੁੱਛ ਰਿਹਾ ਤੁਹਾਡੀ ਸੋਰਸ ਕੀ ਹੈ? ਇਹਨਾਂ ਕੋਲੇ ਜਵਾਬ ਕੋਈ ਨਹੀਂ। ਇਹਨਾਂ ਕੋਲੇ ਵਿਟਨੈਸ ਹੈ ਕੋਈ ਬੰਦਾ ਜਿਹੜਾ ਕਹਿ ਸਕੇ, ਕੋਈ ਮਿੰਟਸ ਆਫ ਜਿਹੜੀ ਮੀਟਿੰਗ ਹੈ ਉਹ ਹੈਗੇ ਇਹਨਾਂ ਕੋਲੇ? ਨਥਿੰਗ ਐਟ ਆਲ। ਇਹ ਹਵਾਈ ਗੱਲ ਹੈ ਤੇ ਉਹਦਾ ਕਾਰਨ ਹੈ ਅਕਾਲੀ ਦਲ ਕੋਲੇ ਨਾ ਤਾਂ ਡਿਵੈਲਪਮੈਂਟ ਦੀ ਕੋਈ ਗੱਲ ਹੈ, ਨਾ ਇਹਨਾਂ ਕੋਲੇ ਲੋਕਾਂ ਦੀ ਸੇਵਾ ਦੀ ਕੋਈ ਗੱਲ ਹੈ, ਨਾ ਆਈਡੀਆਜ਼ ਹੈ, ਨਾ ਏਜੰਡਾ। ਇਹ ਤਾਂ ਕਰਕੇ ਸਿਰਫ ਔਰ ਸਿਰਫ ਮਿੱਟੀ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਅਗਰ ਡਿਵੈਲਪਮੈਂਟ ਹੋਈ ਹੈ ਨਾ, ਇਹਨਾਂ ਦਾ ਫਿਊਚਰ ਹੈ ਨਹੀਂ ਕੋਈ। ਇਹ ਐਕਸਪੋਜ਼ ਹੋ ਚੁੱਕਿਆ ਹੈ ਤੇ ਇਹਨਾਂ ਦੀ ਚੋਰੀ ਦਾੜੀ ਇੱਕ ਇੱਕ ਕਰਕੇ ਸਰ, ਇੱਕ ਕਰ। ਉਹ ਗੱਲ ਹੈ। ਠੀਕ ਹੈ, ਚਲੋ ਕਲੇਰ ਸਾਹਿਬ, ਖੜਿਆਲ ਜੀ, ਥੋੜਾ ਜਿਹਾ ਹੋਲਡ ਕਰੋ। ਮੈਂ ਇੱਕ ਵਾਰੀ ਸਰੀਨ ਸਾਹਿਬ ਨੂੰ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਮੈਂ ਉਹਨਾਂ ਨੂੰ ਐਡ ਕਰ ਲਵਾਂ। ਨਹੀਂ ਆਪਾਂ ਇੱਕ ਸੈਕਿੰਡ ਸਰ, ਇੱਕ ਸੈਕਿੰਡ। ਕਲੇਰ ਜੀ, ਖੜਿਆਲ ਜੀ, ਪਲੀਜ਼ ਥੋੜਾ ਜਿਹਾ ਹੋਲਡ ਕਰੋ, ਪਲੀਜ਼ ਥੋੜਾ ਜਿਹਾ ਹੋਲਡ ਕਰਿਓ। ਸਰੀਨ ਸਾਹਿਬ, ਹਵਾਈ ਗੱਲ ਹੈ, ਉਹਦੇ ਇਲਾਵਾ ਹੋਰ ਕੋਈ। ਠੀਕ ਹੈ, ਥੋੜਾ ਜਿਹਾ ਹੋਲਡ ਕਰੋ ਸਰ, ਥੋੜਾ ਜਿਹਾ ਹੋਲਡ ਕਰੋ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਕਲੇਰ ਜੀ, ਤੁਸੀਂ ਆਪਣੀ ਗੱਲ ਰੱਖਿਓ, ਮੈਂ ਵਾਪਸ ਉਸ ਪੁਆਇੰਟ ਦੇ ਉੱਤੇ ਆਵਾਂਗਾ ਜਿਹੜੇ ਸੁਖਬੀਰ ਬਾਦਲ ਇਲਜ਼ਾਮ ਲਗਾ ਰਹੇ ਨੇ, ਮੈਂ ਉਸ ਪੁਆਇੰਟ ਤੇ ਵਾਪਸ ਆਊਂਗਾ। ਪਰ ਸਰੀਨ ਸਾਹਿਬ, ਤੁਹਾਨੂੰ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਮਿਲਦੀਆਂ ਨਜ਼ਰ ਆ ਰਹੀਆਂ ਨੇ। ਕਾਂਗਰਸ ਦੇ ਬੁਲਾਰੇ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਰਹੇ ਨੇ ਕੋਈ ਅੰਦਰ ਤਕਰਾਰ ਨਹੀਂ ਹੋਈ ਕੈਬਨਿਟ ਦੀ ਮੀਟਿੰਗ ਦੇ ਵਿੱਚ ਬਦਲੀਆਂ ਵਾਲੇ ਮੁੱਦੇ ਨੂੰ ਲੈ ਕੇ। ਸਰੀਨ ਸਾਹਿਬ। ਗੌਰਵ ਜੀ, ਇਹ ਦੋਨੋਂ ਹੀ ਵਿਸ਼ੇ ਪੰਜਾਬ ਵਾਸਤੇ ਬਹੁਤ ਗੰਭੀਰ ਨੇ। ਐਡਾ ਵੱਡਾ ਡਰੱਗ ਦਾ ਮਾਮਲਾ ਹੋਵੇ,
ਔਰ ਇਹ ਦੋਨੋਂ ਪਾਰਟੀਆਂ ਰਲ ਕੇ ਨੂਰਾ ਕੁਸ਼ਤੀ ਕਰਦੀਆਂ ਹੋਣ, ਚਾਹੇ ਪ੍ਰਕਾਸ਼ ਸਿੰਘ ਬਾਦਲ ਜੀ ਦਾ ਟੈਨਿਓਰ ਸੀਗਾ, ਚਾਹੇ ਹੁਣ ਕਾਂਗਰਸ ਦਾ ਟੈਨਿਓਰ ਹੈ। ਸਵਾਲ ਸਿਰਫ ਇੰਨਾ ਹੈਗਾ ਕਿ ਜੇ ਡਰੱਗਸ ਪੰਜਾਬ ਦੇ ਵਿੱਚ ਐਡਾ ਵੱਡਾ ਇਸ਼ੂ ਹੈਗਾ, 2017 ਚ ਕਾਂਗਰਸ ਉਸੇ ਇਸ਼ੂ ਨੂੰ ਇੱਕ ਨੰਬਰ ਤੇ ਬਣਾ ਕੇ ਸੱਤਾ ਚ ਆਈ, ਤੇ ਹੁਣ ਤੱਕ ਕੋਈ ਵੀ ਵੱਡੀ ਮੱਛਲੀ ਕਿਉਂ ਨਹੀਂ ਫੜੀ? ਕਿਉਂ ਮਗਰਮੱਛ ਨਹੀਂ ਫੜੇ? ਮੈਨੂੰ ਇੱਕ ਵੀ ਇਹ ਨਾਮ ਦੇ ਦੇਣ ਜਿਹੜਾ ਕੋਈ ਵੱਡਾ ਡਰੱਗ ਪੈਡਲਰ ਜਾਂ ਡਰੱਗ ਦਾ ਜਿਹੜਾ ਧੰਦਾ ਕਰਦਾ ਹੋਵੇ, ਉਹਨੂੰ ਇਹਨਾਂ 5 ਸਾਲਾਂ ਚ ਫੜਿਆ ਹੋਵੇ। ਆਪਾਂ ਸਿਰਫ ਐਲੀਗੇਸ਼ਨ ਜਿਹੜਾ ਹੈਗਾ ਵਾ ਫॉर द ਸੇਕ ਆਫ ਐਲੀਗੇਸ਼ਨ ਲਾ ਕੇ ਆਪਾਂ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਔਰ ਜਿਹੜਾ ਬਹੁਤ ਗੰਭੀਰ ਵਿਸ਼ਾ ਹੈਗਾ ਪੰਜਾਬ ਵਾਸਤੇ ਡਰੱਗਸ ਦਾ, ਉਸ ਤੋਂ ਲੋਕਾਂ ਦਾ ਧਿਆਨ ਜਿਹੜਾ ਹੈਗਾ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਦਕਿ ਤੁਹਾਨੂੰ ਵੀ ਲੱਗਦਾ ਅਕਾਲੀ ਦਲ ਦੀ ਤਰ੍ਹਾਂ ਕਿ ਅਕਾਲੀ ਦਲ ਦੇ ਉੱਤੇ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ, ਇਸ ਕਰਕੇ ਅਫਸਰਾਂ ਤੇ ਦਬਾਅ ਬਣਾਇਆ ਗਿਆ ਤੇ ਉਹ ਛੁੱਟੀ ਤੇ ਗਏ? ਅਕਾਲੀ ਦਲ ਨੂੰ ਇਹ ਲੱਗ ਰਿਹਾ, ਸੁਖਬੀਰ ਬਾਦਲ ਨੂੰ ਇਹ ਲੱਗ ਰਿਹਾ, ਤੁਹਾਨੂੰ ਵੀ ਲੱਗਦਾ, ਬੀਜੇਪੀ ਨੂੰ ਲੱਗਦਾ? ਗੌਰਵ ਜੀ ਮੈਂ ਉਸ ਗੱਲ ਤੇ ਵੀ ਆਨਾ। ਸਵਾਲ ਤੇ ਇਹ ਹੈ ਕਿ ਇਹ ਇੰਨੇ ਲੰਬੇ ਸਮੇਂ ਤੋਂ ਡਰੱਗਸ ਦਾ ਇਸ਼ੂ ਪੰਜਾਬ ਦਾ ਮੇਨ ਇਸ਼ੂ ਬਣਿਆ ਰਿਹਾ, ਪਰ ਹਜੇ ਤੱਕ ਕੋਈ ਮੇਨ ਬੰਦਾ ਨਹੀਂ ਫੜਿਆ ਦੋਨੋਂ ਸਰਕਾਰਾਂ ਨੇ। ਪੰਜਾਬ ਦੀ ਜਨਤਾ ਸਵਾਲ ਪੁੱਛਦੀ ਹੈ ਕਿ ਤੁਸੀਂ ਦੋਨੋਂ ਪਾਰਟੀਆਂ, ਸਾਰੀਆਂ ਪਾਰਟੀਆਂ, ਅਸੀਂ ਵੀ ਕਹਿੰਦੇ ਡਰੱਗਸ ਦਾ ਬਹੁਤ ਵੱਡਾ ਇਸ਼ੂ ਹੈ, ਪਰ ਹੁਣ ਤੱਕ ਜਿਹੜੀ ਵਰਤਮਾਨ ਸਰਕਾਰ ਹੈ ਕਾਂਗਰਸ ਦੀ, ਲਗਭਗ 5 ਸਾਲ ਪੂਰੇ ਹੋਣ ਨੂੰ ਆ ਗਏ ਜੀ, ਮੈਨੂੰ ਦੱਸਣ ਕਿ ਇਹਨਾਂ 5 ਸਾਲਾਂ ਦੇ ਵਿੱਚ ਕਿਹੜਾ ਇਹਨਾਂ ਨੇ ਮੇਨ ਬੰਦਾ ਫੜਿਆ? ਆਫਟਰ ਆਲ ਮੇਰਾ ਇੱਕ ਸਿੰਪਲ ਕੁਐਸਚਨ ਹੈ ਖਡਿਆਲ ਸਾਹਿਬ ਨੂੰ, ਕੋਈ ਵੀ ਇੱਕ ਬੰਦਾ ਤੁਸੀਂ ਫੜਦੇ ਹੋ, ਤੁਸੀਂ ਕਹਿੰਦੇ ਅਸੀਂ 4000 ਬੰਦਾ ਫੜ ਲਿਆ ਜੀ, ਫਲਾਣੇ ਬੰਦੇ ਫੜ ਲਏ ਜੀ, ਦੇ ਆਰ ਆਲ ਜਿਹੜੇ ਕਿ ਡਰੱਗਸ ਲੈਂਦੇ ਨੇ ਛੋਟੇ ਛੋਟੇ। ਤੁਸੀਂ ਡਰੱਗ ਉਸ ਤੋਂ ਅੱਗੇ ਜੇ ਤੁਸੀਂ ਚੇਨ ਚਲਾਉਂਦੇ ਕਿ ਡਰੱਗ ਲੈਣ ਵਾਲੇ ਨੂੰ ਡਰੱਗ ਕਿੰਨੇ ਦਿੱਤੀ, ਉਹਨੂੰ ਕਿੰਨੇ ਦਿੱਤੀ, ਇਹ ਪੂਰੀ ਚੇਨ ਹੁੰਦੀ ਤੇ ਹੁਣ ਤੱਕ ਅਸਲ ਬੰਦੇ ਤੱਕ ਤੁਸੀਂ ਪਹੁੰਚ ਗਏ ਹੁੰਦੇ ਜੇ ਤੁਸੀਂ ਇਮਾਨਦਾਰ ਹੁੰਦੇ ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ। ਪੁਲਿਸ ਵਾਸਤੇ ਕੀ ਔਖਾ ਚੇਨ ਨੂੰ ਟਰੈਕ ਕਰਨਾ? ਦੂਸਰੀ ਚੀਜ਼ ਠੀਕ ਹੈ, ਤੁਸੀਂ ਡਰੱਗ ਵਾਲੇ ਇਸ਼ੂ ਦੇ ਉੱਤੇ ਜਾ ਰਹੇ ਹੋ, ਪਰ ਮੈਂ ਤਾਂ ਵਾਪਸ ਆ ਰਿਹਾ ਨਾ, ਮੈਂ ਤਾਂ ਛੁੱਟੀ ਵਾਲੇ ਇਸ਼ੂ ਦੇ ਉੱਤੇ ਆ ਰਹੇ ਹਾਂ, ਬਦਲੀਆਂ ਵਾਲੇ ਇਸ਼ੂ ਦੇ ਉੱਤੇ ਆ ਰਹੇ ਹਾਂ। ਮੈਂ ਤੁਹਾਡੇ ਇਸ਼ੂ ਤੇ ਬੀਜੇਪੀ ਦਾ ਰਿਐਕਸ਼ਨ ਚਾਹ ਮੈਂ ਉੱਥੇ ਆ ਰਿਹਾ। ਹਾਂ ਜੀ ਬਿਲਕੁਲ, ਮੈਂ ਗੌਰਵ ਜੀ ਉਸੇ ਇਸ਼ੂ ਤੇ ਆ ਰਿਹਾ। ਹੁਣ ਦੂਸਰਾ ਵਿਸ਼ਾ ਤੁਹਾਡਾ ਹੈਗਾ, ਕਾਂਗਰਸ ਦੇ ਨੁਮਾਇੰਦੇ ਕਹਿੰਦੇ ਨੇ ਜੀ ਇਹ ਤੇ ਐਵੇਂ ਅਖਬਾਰਾਂ ਦੀ ਖਬਰ ਹੈ। ਤੁਹਾਡੇ ਮੰਤਰੀਆਂ ਦੇ ਬਿਆਨ ਨੇ, ਅੰਦਰ ਅਫਸਰਾਂ ਨੂੰ ਫਟਾਫਟ ਬਾਹਰ ਕੱਢਿਆ ਗਿਆ, ਬਾਹਰ ਜਿਹੜੇ ਤੁਹਾਡੇ ਮੰਤਰੀਆਂ ਦੇ ਪੀਏ ਔਰ ਸੰਤਰੀ ਮੰਤਰੀ ਬੈਠੇ ਸਨ ਉੱਥੇ ਦਰਵਾਜ਼ੇ ਦੇ ਬਾਹਰ, ਦਰਵਾਜ਼ੇ ਬੰਦ ਕੀਤੇ ਗਏ। ਇੰਨੀ ਜ਼ੋਰਦਾਰ ਰੌਲਾ ਪਿਆ ਪੰਜਾਬ ਦੇ ਵਿੱਚ, ਭਵਨ ਦੇ ਵਿੱਚ, ਕਿ ਬਾਹਰ ਤੱਕ ਸਾਰੀਆਂ ਆਵਾਜ਼ਾਂ ਸੁਣ ਰਹੀਆਂ ਸੀਗੀਆਂ, ਚਾਹੇ ਉਹ ਪੱਤਰਕਾਰ ਸਨ, ਚਾਹੇ ਤੁਹਾਡੇ ਮੰਤਰੀਆਂ ਸੰਤਰੀਆਂ ਦੇ ਪੀਏ ਸਨ। ਤੁਸੀਂ ਕਹਿੰਦੇ ਹੋ ਗੱਲ ਕੁਛ ਨਹੀਂ ਹੋਈ। ਐਡਾ ਗੰਭੀਰ ਮਾਮਲਾ ਹੋਵੇ ਕਿ ਪ੍ਰਦੇਸ਼ ਦੇ ਹੋਮ ਮਿਨਿਸਟਰ ਦੇ ਉੱਤੇ ਕੋਈ ਆਪੋਜੀਸ਼ਨ ਐਲੀਗੇਸ਼ਨ ਲਾਉਂਦੀ ਹੋਵੇ ਤਾਂ ਸਮਝ ਆਉਂਦੀ ਹੈ ਕਿ ਆਪੋਜੀਸ਼ਨ ਵਾਲੇ ਜੇ ਫੇਕ ਐਲੀਗੇਸ਼ਨ ਲਾ ਰਹੇ ਆ। ਉਹ ਬਈ ਤੁਹਾਡੀ ਸਰਕਾਰ ਦੇ ਤੇ ਮੰਤਰੀ ਐਲੀਗੇਸ਼ਨ ਲਗਾ ਰਹੇ ਨੇ ਕਿ ਕਰੋੜਾਂ ਰੁਪਏ ਐਸਐਸਪੀ ਔਰ ਕਮਿਸ਼ਨਰ ਦੀ ਪੋਸਟਿੰਗ 'ਚ ਲੱਗ ਰਿਹਾ, ਪੁਲਿਸ ਦੀ ਬਦਲੀਆਂ 'ਚ ਕਰੋੜਾਂ ਰੁਪਇਆ ਕਮਾਇਆ ਜਾ ਰਿਹਾ, ਇਲੈਕਸ਼ਨ ਫੰਡ ਇਕੱਠੇ ਕੀਤੇ ਜਾ ਰਹੇ ਨੇ। ਇਹ ਕਿਸੇ ਹੋਰ ਨੇ ਨਹੀਂ ਲਗਾਇਆ, ਤੁਹਾਡੇ ਮੰਤਰੀ ਨੇ ਲਗਾਇਆ। ਔਰ ਫਿਰ ਮਜ਼ੇਦਾਰ ਗੱਲ ਕੀ ਹੈ ਕਿ ਜੇ ਉਹ ਫੈਕਟ ਜਿਹੜੀਆਂ ਰਿਪੋਰਟਾਂ ਸਾਹਮਣੇ ਆਈਆਂ ਨੇ, ਤੁਹਾਡਾ ਪੁਆਇੰਟ ਆਇਆ, ਮੈਨੂੰ ਜਵਾਬ ਲੈ ਲੈਣ ਦਿਓ ਇੱਕ ਵਾਰੀ। ਤੁਸੀਂ ਗੱਲ ਰੱਖੀ ਆਪਣੀ, ਜਵਾਬ ਲੈ ਲੈਣ ਦਿਓ, ਉਸ ਤੋਂ ਬਾਅਦ ਕਾਂਗਰਸ ਸਾਹਿਬ ਦਾ ਰੁਕਾ। ਇੱਕ ਸੈਕਿੰਡ, ਮੈਨੂੰ ਗੱਲ ਇੱਕ ਮਿੰਟ ਦੇ ਗੱਲ ਪੂਰੀ ਕਰਨ, 1 ਮਿੰਟ ਦੇ, ਓਨਲੀ 1 ਮਿੰਟ। ਮੈਨੂੰ ਇੱਕ ਚੀਜ਼ ਦੱਸਿਆ ਜਾਵੇ। ਚੰਨੀ ਸਾਹਿਬ ਕਹਿੰਦੇ ਨੇ ਕਿ ਜੀ ਅਸੀਂ ਤੇ ਮੰਤਰੀਆਂ ਆਪਣੇ ਜਿਹੜੇ ਐਮਐਲਏ ਹਲਕੇ ਦੇ ਨੇ ਉਹਨਾਂ ਨੂੰ ਪੁੱਛ ਕੇ ਅਸੀਂ ਬਦਲੀਆਂ ਕੀਤੀਆਂ। ਕਿ ਐਮਐਲਏ ਤੈਅ ਕਰਨਗੇ ਕਿ ਐਸਐਸਪੀ ਉਹਨਾਂ ਜ਼ਿਲ੍ਹੇ 'ਚ ਕਿਹੜਾ ਹੋਣਾ ਚਾਹੀਦਾ? ਇਹ ਹੋਰ ਵੀ ਗੰਭੀਰ ਮਾਮਲਾ ਹੈ। ਜਿਹੜੇ ਚੰਨੀ ਸਾਹਿਬ ਦੀ ਸਟੇਟਮੈਂਟ ਸਾਹਮਣੇ ਆਈ ਹੈ ਕਿ ਅਸੀਂ ਤੇ ਆਪਣੇ ਐਮਐਲਏਜ਼ ਨੂੰ ਪੁੱਛ ਕੇ ਐਸਐਸਪੀ ਲਾਏ ਨੇ, ਜੇ ਐਮਐਲਏਜ਼ ਨੂੰ ਪੁੱਛ ਕੇ ਐਸਐਸਪੀ ਲਾਏ, ਇਹ ਹੋਰ ਗੰਭੀਰ ਮਾਮਲਾ। ਨੰਬਰ 2, ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਠੀਕ ਹੈ, ਹੁਣ ਠੀਕ ਹੈ, ਪੈਸਾ ਐਮਐਲਏ ਕੋਲ ਗਿਆ ਕਿ ਹੋਮ ਮਿਨਿਸਟਰ ਕੋਲ ਗਿਆ? ਜਵਾਬ ਲੈ ਲੈਣ ਦਿਓ। ਪੰਜਾਬ ਦੀ ਜਨਤਾ ਇਸ ਗੱਲ ਦਾ ਜਵਾਬ ਮੰਗਦੀ ਹੈ, ਤਫਸੀਲ ਹੋ ਜਾਂਦੀ ਹੈ, ਫਿਰ ਜਵਾਬ ਨਹੀਂ ਲੈ ਪਾਉਂਦੇ। ਇਹਦੀ ਹਾਈ ਲੈਵਲ ਇਨਕੁਆਇਰੀ ਚਾਹੀਦੀ ਹੈ। ਠੀਕ ਹੈ, ਇੱਕ ਸੈਕਿੰਡ, ਮੈਂ ਖੜਿਆਲ ਸਾਹਿਬ ਤੋਂ ਰਿਐਕਸ਼ਨ ਲੈਣਾ, ਪਰ ਉਸ ਤੋਂ ਪਹਿਲਾਂ ਮੈਂ ਕੰਗ ਜੀ ਤੁਹਾਡਾ ਇੱਕ ਰਿਐਕਸ਼ਨ ਚਾਹੂੰਗਾ। ਤੁਸੀਂ ਜ਼ਿਕਰ ਕਰ ਰਹੇ ਹੋ, ਦੇਖੋ ਸਰੀਨ ਸਾਹਿਬ ਨੇ ਕਹਿਤਾ ਕਿ ਬਾਹਰ ਆਵਾਜ਼ਾਂ ਆ ਰਹੀਆਂ ਸੀ, ਤੁਸੀਂ ਤਾਂ ਰਾਜਪਾਲ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰ ਲਈ ਇਸ ਪੂਰੇ ਮੁੱਦੇ ਉੱਤੇ, ਬਦਲੀਆਂ ਵਾਲੇ ਇਸ਼ੂ ਦੇ ਉੱਤੇ, ਪਰ ਕਾਂਗਰਸ ਕਹਿ ਰਹੀ ਹੈ ਕੋਈ ਗੱਲ ਹੋਈ ਨਹੀਂ। ਕੌਣ ਸੀਗਾ ਉੱਥੇ ਨੁਮਾਇੰਦਾ? ਦੱਸੋ ਕਿਸ ਦੇ ਜ਼ਰੀਏ ਤੁਹਾਡੇ ਕੋਲ ਜਾਣਕਾਰੀ ਪਹੁੰਚ ਗਈ? ਦੱਸੋ ਕੀ ਪ੍ਰੂਫ ਹੈ ਤੁਹਾਡੇ ਕੋਲ? ਮਿੰਟਸ ਆਫ ਮੀਟਿੰਗ ਕਿਹੜੇ ਹੈਗੇ ਨੇ? ਦੱਸੋ ਕੀ ਹੈ ਤੁਹਾਡੇ ਕੋਲ? ਉਹ ਗੱਲ ਇਹ ਹੈ ਕਿ ਅਸੀਂ ਥੋੜੇ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਇੱਕ ਸਾਹੀ ਪ੍ਰੈਸ ਕਾਨਫਰੰਸ ਕਰਕੇ ਰਾਘਵ ਚੱਡਾ ਜੀ ਨੇ ਗੱਲ ਕੀਤੀ ਸੀ ਵੀ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਹੈ ਪੰਜਾਬ ਦੇ,
ਔਰ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਇਹਨਾਂ ਦੀ ਇੱਕ ਮੀਟਿੰਗ ਹੋਈ ਹੈ ਪਿਛਲੇ ਦਿਨਾਂ ਔਰ ਇਹਦੇ ਖੁਲਾਸੇ ਕਰਾਂਗੇ ਅਸੀਂ ਆਉਣ ਵਾਲੇ ਦਿਨਾਂ 'ਚ। ਔਰ ਉਹਦੇ 'ਚ ਇਹ ਤੈਅ ਹੋਇਆ ਕਿਉਂਕਿ ਚਰਨਜੀਤ ਸਿੰਘ ਚੰਨੀ ਜਦੋਂ ਲੁਧਿਆਣਾ ਸਿਟੀ ਸੈਂਟਰ ਸਕੈਮ 'ਚ ਉਹਨਾਂ ਦੇ ਭਰਾ ਫਸੇ ਸੀ ਉਦੋਂ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦੀ ਮਦਦ ਕੀਤੀ ਸੀ। ਇਹ ਮਜੀਠੀਆ ਸਾਹਿਬ ਨੇ ਔਨ ਰਿਕਾਰਡ ਕਿਹਾ। ਹੁਣ ਜਿਹੜਾ ਆ ਇਹ ਚਰਨਜੀਤ ਸਿੰਘ ਚੰਨੀ ਨੇ ਇਹਨਾਂ ਨੂੰ ਇਨਸ਼ੋਰ ਕੀਤਾ ਹੈ ਵੀ ਤੁਹਾਡੇ ਤੇ ਕਿਸੇ ਤਰ੍ਹਾਂ ਦੀ ਅਸੀਂ ਕਾਰਵਾਈ ਮੈਂ ਨਹੀਂ ਹੋਣ ਦਊਂਗਾ। ਬਾਦਲ ਸਾਹਿਬ ਨੂੰ ਚਾਹੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਹੈ ਮੈਂ ਤੁਹਾਡੇ ਤੇ ਇਲੈਕਸ਼ਨ ਮੈਂ ਟਪਾ ਦੂੰਗਾ। ਇਹ ਸਾਰਾ ਮਸਲਾ ਜੋ ਵੀ ਸਾਜ਼ਿਸ਼ ਰਚੀ ਜਾ ਰਹੀ ਹੈ ਗੌਰਵ ਜੀ ਉਹ ਪੰਜਾਬ ਦੇ ਇਲੈਕਸ਼ਨਾਂ ਨੂੰ ਮੱਦੇਨਜ਼ਰ ਰੱਖ ਕੇ ਤਾਂ ਕਿ ਇਹ ਸਮੇਂ ਟਪਾਇਆ ਜਾਵੇ। ਉਸ ਤੋਂ ਬਾਅਦ ਦੇਖਾਂਗੇ ਇਹ ਆਪਸ 'ਚ ਇੱਕ ਜਿਹੜਾ 25-75 ਵਾਲਾ ਸੀ ਉਹ ਹੁਣ ਆਪਸ 'ਚ ਮਿਲ ਗਿਆ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਤਾਕਤ ਵੱਧ ਰਹੀ ਸੀ ਉਹਨੂੰ ਰੋਕਣ ਵਾਸਤੇ ਵੀ ਅਸੀਂ ਇਕੱਠੇ ਹੋ ਕੇ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰਾਂਗੇ ਔਰ 15-20 ਦਿਨ ਨੂੰ ਕੋਡ ਆਫ ਕੰਡਕਟ ਲੱਗ ਜਾਣਾ। ਉਸ ਤੋਂ ਬਾਅਦ ਕਿਹੜੀ ਮਾਂ ਦੀ ਮਾਸੀ ਨੂੰ ਆਖਣਾ ਤੇ ਉਹ ਤੇ ਬਾਅਦ ਦੀਆਂ ਗੱਲਾਂ ਹੈ ਨਾ। ਤਾਂ ਸਾਡਾ ਇਹੀ ਇਲਜ਼ਾਮ ਹੈ। ਅਸੀਂ ਇਸ ਕਰਕੇ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਜਿਹੜੇ ਹੋਮ ਮਿਨਿਸਟਰ ਤੇ ਇਲਜ਼ਾਮ ਲੱਗੇ ਆ ਔਰ ਜਿਸ ਤਰੀਕੇ ਨਾਲ ਐਸਐਸਪੀ ਦੇ ਟ੍ਰਾਂਸਫਰ ਹੋਏ ਆ ਜਿਸ ਤਰੀਕੇ ਨਾਲ ਕੰਗ ਸਾਹਿਬ ਦੇਖੋ ਤੁਸੀਂ ਜੋ ਜ਼ਿਕਰ ਕਰ ਰਹੇ ਹੋ ਨਾ ਇੱਕ ਪਾਸੇ ਬਦਲੀਆਂ ਵਾਲੇ ਇਸ਼ੂ ਨੂੰ ਲੈ ਕੇ ਵੀ ਉਸ ਤੋਂ ਬਾਅਦ ਤੁਸੀਂ ਸੁਖਬੀਰ ਬਾਦਲ ਤੇ ਮੁੱਖ ਮੰਤਰੀ ਦੀ ਮੀਟਿੰਗ ਨੂੰ ਲੈ ਕੇ ਵੀ ਇਲਜ਼ਾਮ ਲਗਾ ਰਹੇ ਹੋ ਤਾਂ ਲੋਕ ਤਾਂ ਜਾਣਨਾ ਚਾਹੁੰਦੇ ਹੋਣਗੇ ਕਿ ਬੇਸ ਦੱਸੋ ਇਸ ਗੱਲ ਦਾ ਕੀ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਸੁਖਬੀਰ ਬਾਦਲ ਤੇ ਚਰਨਜੀਤ ਸਿੰਘ ਚੰਨੀ ਸੀਐਮ ਪੰਜਾਬ ਦੀ ਮੀਟਿੰਗ ਹੋਈ ਹੈ ਜੋ ਆਮ ਆਦਮੀ ਪਾਰਟੀ ਇਲਜ਼ਾਮ ਲਗਾਉਂਦੀ ਹੈ। ਬੇਸ ਜਾਣਨਾ ਚਾਹੁੰਦੇ ਨੇ ਲੋਕ ਕਿ ਬੇਸ ਕੀ ਹੈ ਇਸ ਦੇ ਪਿੱਛੇ। ਪੰਜਾਬ ਦੇ ਲੋਕਾਂ ਦੇ ਸਾਹਮਣੇ ਬਹੁਤ ਜਲਦੀ ਇਹ ਸਾਰੇ ਖੁਲਾਸੇ ਹੋ ਜਾਣੇ। ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਸਾਨੂੰ ਇੱਕ ਸੀਨੀਅਰ ਪੁਲਿਸ ਅਫਸਰ ਨੇ ਸਾਰੀ ਗੱਲ ਦੱਸੀ ਹੈ ਜਿਹੜੀ ਫਾਰਮ ਹਾਊਸ ਤੇ ਮੀਟਿੰਗ ਹੋਈ ਆ। ਉਸ ਤੋਂ ਬਾਅਦ ਸੀਨੀਅਰ ਪੁਲਿਸ ਅਫਸਰ ਛੁੱਟੀ ਤੇ ਜਾਂਦੇ ਤੇ ਆਪੇ ਹੀ ਹਿਸਾਬ ਲਾ ਲਓ ਤੁਸੀਂ ਹੁਣ। ਠੀਕ ਹੈ ਖੜਿਆਲ ਸਾਹਿਬ ਬਹੁਤ ਸਾਰੇ ਐਲੀਗੇਸ਼ਨਸ ਨੇ ਖਾਸ ਤੌਰ ਤੇ ਮੀਟਿੰਗ ਨੂੰ ਲੈ ਕੇ ਵੀ। ਜੀ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਚੋਂ ਜਿੰਨੇ ਇੱਥੇ ਪੈਨਲਿਸਟ ਬੈਠੇ ਆ ਵਿਦ ਡਿਊ ਰਿਸਪੈਕਟ ਨਾ ਤਾਂ ਇਹਨਾਂ ਚੋਂ ਕੋਈ ਉੱਥੇ ਸੀਗਾ ਨਾ ਇਹਨਾਂ ਨੇ ਕੁਝ ਸੁਣਿਆ ਨਾ ਦੇਖਿਆ। ਇਹ ਜੋ ਇਹ ਕਹਿ ਰਹੇ ਹੈ ਉਹ ਇਟਸ ਨਥਿੰਗ ਬਟ ਮਡ ਸਲਿੰਗਿੰਗ ਮਿੱਟੀ ਪੋਤਨ ਦੀ ਕੋਸ਼ਿਸ਼ ਕਰ ਰਹੇ ਨਥਿੰਗ ਹੋਰ ਦੈਨ ਦੈਟ। ਦੂਜਾ ਇਹਨਾਂ ਨੂੰ ਸਿੰਪਲ ਚੀਜ਼ ਪੁੱਛੀ ਕੋਈ ਪ੍ਰੂਫ ਹੈ ਕੋਈ ਵਿਟਨੈਸ ਹੈ ਕੋਈ ਸੋਰਸ ਹੈ ਕੋਈ ਮਿਨਟਸ ਆਫ ਮੀਟਿੰਗ ਇਹਨਾਂ ਕੋਲ ਕੁਝ ਨਹੀਂ ਨਾਟ ਵਨ ਥਿੰਗ। ਦੇਅਰਫੋਰ ਇਟ ਇਜ਼ ਪ੍ਰੂਵਨ ਕਿ ਇਹ ਹਵਾਈ ਗੱਲ ਹੈ। ਜੇ ਅਖਬਾਰਾਂ 'ਚ ਜੋ ਲਿਖਿਆ ਉਹਦੇ ਹਿਸਾਬ ਨਾਲ ਆਪਾਂ ਚੱਲਣਾ ਤਾਂ ਅਖਬਾਰਾਂ 'ਚ ਇਹ ਵੀ ਲਿਖਿਆ ਸੀਗਾ ਕਿ ਸੁਖਬੀਰ ਬਾਦਲ ਸਾਹਿਬ ਨੇ ਸਟੇਟ ਐਕਸਚੇਕਰ ਦੇ ਬੇਸਿਸ ਤੇ ਗਲਾਸੀ ਪਾ ਲਿਆ ਓਬਰੋਇਜ਼ ਵੀ ਪਾ ਲਿਆ ਟਰਾਂਸਪੋਰਟ ਕੰਪਨੀਆਂ ਵਧਾ ਲਈਆਂ ਬੱਸਾਂ ਚਲਾ ਲਈਆਂ ਉਹਨੂੰ ਵੀ ਸੱਚ ਮੰਨ ਲੈਣਾ ਚਾਹੀਦਾ ਗਿਲਟੀ ਕਰਾਰ ਕਰ ਦੇਣਾ ਚਾਹੀਦਾ। ਫਿਰ ਤਾਂ ਨਾ ਕੋਰਟ ਦੀ ਲੋੜ ਹੈ ਨਾ ਆਪਣਾ ਪ੍ਰੂਫ ਕਰਨ ਦੀ ਲੋੜ ਹੈ ਨਾ ਪ੍ਰੂਫ ਦੀ ਲੋੜ ਹੈ ਸਿੱਧਾ ਆਪਦੇ ਹਿਸਾਬ ਨਾਲ ਚੱਲੀ ਚਲੋ ਹਵਾਈ ਐਲੀਗੇਸ਼ਨ ਲਾਈ ਚੱਲੋ। ਦੇਅਰਫੋਰ ਦੂਜੀ ਗੱਲ ਮੈਂ ਇਹਨਾਂ ਨੂੰ ਇੱਕ ਸਿੰਪਲ ਚੀਜ਼ ਪੁੱਛਣਾ ਚਾਹਣਾ ਕਿ ਸੁਖਬੀਰ ਬਾਦਲ ਸਾਹਿਬ ਐਲੀਗੇਸ਼ਨਸ ਲਾ ਰਹੇ ਹੈ ਉਹ ਵਿਅਕਤੀ ਜਿਨ੍ਹਾਂ ਖਿਲਾਫ ਕੇਸਸ ਪੈਂਡਿੰਗ ਨੇ ਜੋ ਬੇਲ ਤੇ ਨੇ ਜਿਨ੍ਹਾਂ ਖਿਲਾਫ ਡੂਅਲ ਕਨਸਟੀਟਿਊਸ਼ਨ ਦੇ ਐਲੀਗੇਸ਼ਨ ਲੱਗੇ ਹੋਏ ਫੌਜਰੀ ਦੇ ਐਲੀਗੇਸ਼ਨਸ ਲੱਗੇ ਹੋਏ ਹੈ ਉਹਨਾਂ ਦੀ ਕ੍ਰੈਡੀਬਿਲਿਟੀ ਜ਼ਿਆਦਾ ਹੈ ਜਾਂ ਫਿਰ ਉਹ ਲੋਕਾਂ ਦੀ ਜਿਹੜੇ ਪੰਜਾਬ ਨੂੰ ਗਵਰਨ ਕਰ ਰਹੇ ਜਿਹੜੇ ਆਮ ਆਦਮੀ ਥੱਲੋਂ ਉੱਠ ਕੇ ਲੋਕਾਂ ਦੀ ਸੇਵਾ ਲਈ ਉੱਤੇ ਆ ਕੇ ਬੈਠੇ ਤੇ ਲੋਕਾਂ ਲਈ ਕੰਮ ਕਰ ਰਹੇ ਪਿਛਲੇ 2 ਮਹੀਨਿਆਂ ਤੋਂ ਉਹਨਾਂ ਤੇ ਐਲੀਗੇਸ਼ਨ ਲਾਉਣਗੇ। ਹੁਣ ਤੁਸੀਂ ਦੱਸੋ ਕਿਹਦਾ ਵਰਡ ਕਿਹਦੇ ਸ਼ਬਦ ਜ਼ਿਆਦਾ ਇੰਟੈਗ੍ਰਿਟੀ ਹੋਲਡ ਕਰਦੇ ਆ ਚੰਨੀ ਸਾਹਿਬ ਦੇ ਸਾਡੇ ਲੀਡਰਸ ਦੇ ਜਿਹੜੇ ਮਿਨਿਸਟਰਸ ਹੈ ਜਾਂ ਫਿਰ ਉਹ ਬੰਦੇ ਦੇ ਜਿਹਦੇ ਖਿਲਾਫ ਕੇਸਸ ਪੈਂਡਿੰਗ ਐਂਡ ਔਨ ਬੇਲ ਨਾਲ। ਤੀਜੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਡਰੱਗਸ ਦੀ ਗੱਲ ਕਰ ਰਹੇ ਸੀਗੇ ਜਿਹੜੇ ਆਪਣੇ ਬੀਜੇਪੀ ਦੇ ਨੁਮਾਇੰਦੇ ਨੇ ਵੀ ਡਿਊ ਰਿਸਪੈਕਟ ਮੈਂ ਇਹਨਾਂ ਨੂੰ ਦੱਸਣਾ ਚਾਹਣਾ 76000 ਕੇਸਸ ਰਜਿਸਟਰ ਹੋਏ ਹੈ ਵੱਡੇ ਬਿਗ ਨਾਲੇ ਡਰੱਗ ਪੈਡਲਰਸ ਦੇ ਖਿਲਾਫ ਹੈ ਡਰੱਗ ਯੂਜ਼ਰਸ ਨਹੀਂ ਹੈਗੇ ਡਰੱਗ ਪੈਡਲਰਸ ਨੇ ਵੇਚਦੇ ਹੈ। ਦੂਜਾ ਅਸੀਂ ਰੋਮ ਤੋਂ US ਤੋਂ ਕਿਤੋਂ ਫੜ ਕੇ ਵਾਪਸ ਲੈ ਕੇ ਆਏ ਇੰਟਰਪੋਲ ਨਾਲ ਗੱਲਬਾਤ ਕਰਕੇ ਸੋ ਇਟਸ ਅ ਫੈਕਟ ਕਿ ਐਕਸ਼ਨ ਹੈਜ਼ ਬੀਨ ਟੇਕਨ। ਨਾਲ ਤੀਜੀ ਗੱਲ ਜਿਹੜੀ ਇਹ ਟ੍ਰਾਂਸਫਰਸ ਦੀ ਗੱਲ ਕਰ ਰਿਹਾ ਗੌਰਵ ਜੀ ਆਈ ਥਿੰਕ ਐਵਰੀਬਾਡੀ ਨੋਜ਼ ਕਿ ਜਦੋਂ ਤੋਂ ਚੰਨੀ ਸਾਹਿਬ ਆਏ ਕਿ ਬਿਊਰੋਕ੍ਰੈਟਿਕ ਰੀਸ਼ਫਲ ਹੋਇਆ ਮੈਰਿਟ ਬੇਸਡ ਹੋਇਆ ਤੇ ਗ੍ਰੀਵੈਂਸ ਐਡਰੈਸਲ ਵਧਾ ਦਿੱਤਾ ਗਿਆ। ਉਹਨਾਂ ਦੀ ਟਾਈਮਿੰਗਸ ਦੇਖੋ ਸਵੇਰੇ 9 ਵਜੇ ਆਫਿਸ ਆ ਕੇ ਬੈਠਦੇ ਨੇ ਐਕਸੈਸਿਬਲ ਨੇ ਐਨੀਵਨ ਕੈਨ ਕਮ ਐਂਡ ਮੀਟ them ਐਨੀਵਨ ਕੈਨ ਗੈਟ देयर ਪ੍ਰੋਬਲਮ। ਤੁਸੀਂ ਛੁੱਟੀ ਨੂੰ ਕਿਵੇਂ ਡਿਫਾਈਨ ਕਰੋਗੇ? ਮੀਟਿੰਗ ਸੀ 2 ਦਸੰਬਰ ਨੂੰ ਉਹਨਾਂ ਦੀ ਨਿਯੁਕਤੀ ਹੋਈ ਹੈ SK ਅਸਥਾਨਾ ਦੀ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਦੇ ਤੌਰ ਦੇ ਉੱਤੇ। ਸ਼ਨੀਵਾਰ ਨੂੰ ਮੀਟਿੰਗ ਹੋਣੀ ਸੀ ਤੇ ਮੀਟਿੰਗ ਤੋਂ ਠੀਕ ਪਹਿਲਾਂ ਉਹਨਾਂ ਦੀ ਤਬੀਅਤ ਖਰਾਬ ਹੁੰਦੀ ਹੈ ਤੇ ਉਹ ਛੁੱਟੀ ਤੇ ਚਲੇ ਜਾਂਦੇ ਨੇ। ਤਬੀਅਤ ਗੌਰਵ ਜੀ ਮੇਰੀ ਵੀ ਪਿਛਲੀ 2 ਡਿਬੇਟਸ ਖਰਾਬ ਆ ਨਹੀਂ ਸਕਿਆ ਸੀਗਾ ਉਹਦਾ ਇਹ ਮਤਲਬ ਨਹੀਂ ਕੋਈ ਪ੍ਰੈਸ਼ਰ ਸੀ ਜਾਂ ਮੈਨੂੰ ਕੋਈ ਕੁਝ ਕਰਨ ਲਈ ਕਹਿ ਰਿਹਾ ਸੀਗਾ। ਲੋਕ ਵਾਕਈ ਬਿਮਾਰ ਹੋ ਸਕਦੇ ਆ ਇਟਸ ਨਾਟ ਅ ਬਿਗ ਡੀਲ ਲੀਵ ਹੈ देयरफॉर ਆਪਣਾ ਵਿੰਟਰ ਦਾ ਟਾਈਮ ਹੈ ਵਾਇਰਲ ਹੋ ਰਿਹਾ ਲੋਕ ਬਿਮਾਰ ਹੋ ਰਹੇ ਨਥਿੰਗ ਦੈਟਸ ਵਾਟ ਪ੍ਰੂਫ ਕੋਈ ਨਹੀਂ ਹੈਗਾ ਗੱਲ ਕੋਈ ਨਹੀਂ ਹੈਗੀ ਇਹ ਮਡ ਸਲਿੰਗਿੰਗ ਹੈ ਇਹਨਾਂ ਕੋਲੇ ਏਜੰਡੇ ਦੀ ਗੱਲ ਨਹੀਂ ਤਾਂ ਕਰਕੇ ਗੱਲ ਘਮਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮਿੱਟੀ ਪੋਤਨ ਦੀ ਕੋਸ਼ਿਸ਼ ਕਰਦੇ ਨੇ। ਠੀਕ ਹੈ ਆਪਾਂ ਜਵਾਬ ਲੈ ਲੈਣੇ ਕਲੇਰ ਸਾਹਿਬ ਬਾਰ-ਬਾਰ ਗੱਲ ਹੋਈ ਹੈ ਠੀਕ ਹੈ ਕਲੇਰ ਸਾਹਿਬ ਬਾਰ-ਬਾਰ ਉਹੀ ਗੱਲ ਆ ਰਹੀ ਹੈ ਕਿ ਤੁਸੀਂ ਪ੍ਰੂਫ ਦੱਸੋ ਕੀ ਹੈ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਸੁਖਬੀਰ ਸਿੰਘ ਬਾਦਲ ਤੁਹਾਡੇ ਪਾਰਟੀ ਦੇ ਪ੍ਰਧਾਨ ਕਹਿ ਰਹੇ ਨੇ।
ਗੌਰਵ ਜੀ, ਕਿਸੇ ਵੀ ਬੰਦੇ ਨੂੰ ਦੇਖਣਾ ਹੋਵੇ ਤਾਂ ਉਹਦਾ ਟਰੈਕ ਰਿਕਾਰਡ ਦੇਖ ਲੈਣਾ ਚਾਹੀਦਾ। ਅੱਜ ਗੱਲ ਹੋ ਰਹੀ ਹੈ ਸੁੱਖੀ ਰੰਧਾਵਾ ਜੀ ਦੀ। ਹੁਣ ਮੈਂ ਫੈਕਟਸ ਦੇ ਉੱਤੇ ਗੱਲ ਕਰੂੰਗਾ, ਕਾਂਗਰਸ ਪ੍ਰਵਕਤਾ ਕਾਲੇ ਨਾ ਪੈ ਜਾਣ। ਮੈਨੂੰ ਇਹ ਦੱਸੋ ਵੀ ਜਦੋਂ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ੍ਹ 'ਚ ਰੱਖਣਾ ਸੀ, ਕਰੋੜਾਂ ਰੁਪਈਆ ਕਿਹਨੇ ਖਰਚਿਆ? ਸੁੱਖੀ ਰੰਧਾਵਾ ਜੇਲ੍ਹ ਮੰਤਰੀ ਨੇ, ਪੰਜਾਬ ਸਰਕਾਰ ਨੇ। ਰੋਹਤਗੀ ਜਿਹੜੇ ਆਪਣਾ ਰੋਹਤਗੀ ਸਾਹਿਬ ਵਰਗੇ ਵੱਡੇ ਵਕੀਲ ਕਿਉਂ ਖੜੇ ਕੀਤੇ? ਜਦੋਂ ਜੇਲ੍ਹ ਮੰਤਰੀ ਬਣਦੇ ਨੇ ਤਾਂ ਸਭ ਤੋਂ ਪਹਿਲਾ ਫੋਨ ਜੇਲ੍ਹ 'ਚੋਂ ਗੈਂਗਸਟਰ ਦਾ ਆਂਦਾ ਵਧਾਈਆਂ ਦੇਣ ਲਈ ਕਿਹਨੂੰ ਆਇਆ? ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਬਣਦੇ ਨੇ ਸਭ ਤੋਂ ਪਹਿਲੀ ਮੀਟਿੰਗ ਗੈਂਗਸਟਰ ਦੇ ਨਾਲ। ਜਿਹੜਾ ਮਿੰਦਰਪਾਲ ਬਿੱਟੂ ਬੇਅਦਬੀਆਂ ਦਾ ਮੇਨ ਦੋਸ਼ੀ, ਉਹਦਾ ਮਰਡਰ ਹੋਇਆ ਇਹਨਾਂ ਦੇ ਜੇਲ੍ਹ ਮੰਤਰੀ ਰਹਿੰਦੇ ਹੋਏ, ਉਹਦਾ ਸਪਸ਼ਟੀਕਰਨ ਕਦੋਂ ਦੇਣਗੇ? ਜਿਹਨਾਂ ਦੇ ਵਿੱਚੋਂ ਵੀਡੀਓ ਕਾਲ ਕਰਕੇ ਜਿਹੜੀ ਰੰਗਦਾਰੀ ਮੰਗੀ ਜਾਂਦੀ ਹੈ, ਨੈਟਵਰਕ ਚਲਾਇਆ ਜਾਂਦਾ ਹੈ, ਤੁਸੀਂ ਮੀਡੀਆ ਨੇ ਦਿਖਾਇਆ ਹੋਇਆ, ਉਹ ਇੱਥੇ ਜੇਲ੍ਹ ਮੰਤਰੀ ਦੇ ਦੌਰਾਨ ਹੋਇਆ, ਉਹਦਾ ਜਵਾਬ ਦੇਣ। ਕਿਉਂਕਿ ਰੰਧਾਵਾ ਜੀ ਦੇ ਖਿਲਾਫ ਐਲੀਗੇਸ਼ਨ ਹੈਗੇ ਨੇ ਔਰ ਅੱਜ ਐਲੀਗੇਸ਼ਨ ਦਾ ਮੈਂ ਲਾ ਰਿਹਾ, ਤੁਸੀਂ ਲਾ ਰਹੇ ਹੋ ਐਲੀਗੇਸ਼ਨ। ਜਵਾਬ ਲੈ ਲਓ ਕਲੇਰ ਸਾਹਿਬ, ਜਵਾਬ ਲੈ ਲਓ। ਫਿਰ ਗੱਲ ਤਾਂ ਉਹੀ ਬਾਰ-ਬਾਰ ਆਉਂਦੀ ਹੈ ਕਲੇਰ ਸਾਹਿਬ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਹਿਲੀ ਕਾਲ ਆਈ ਗੈਂਗਸਟਰ ਦੀ, ਪਹਿਲੀ ਮੀਟਿੰਗ ਹੋਈ ਗੈਂਗਸਟਰ ਦੇ ਨਾਲ ਜੇਲ੍ਹ ਮੰਤਰੀ ਬਣਨ ਤੋਂ ਬਾਅਦ। ਉਹ ਸਵਾਲ ਉਹੀ ਹੈ ਕਿ ਫਿਰ ਆਖਿਰ ਇਸ ਦੇ ਪਿੱਛੇ ਪ੍ਰੂਫ ਕੀ ਹੈ, ਸਬੂਤ ਕੀ ਹੈ, ਬੇਸ ਕੀ ਹੈ? ਠੀਕ, ਐਗਜ਼ੈਕਟਲੀ ਗੌਰਵ ਜੀ, ਬੇਸ ਕੀ ਹੈ? ਇਹਨਾਂ ਦੇ ਲੀਡਰਸ ਖਿਲਾਫ ਕੇਸਿਸ ਪੈਂਡਿੰਗ ਹੈ, ਇਹਨਾਂ ਦੇ ਲੀਡਰਸ ਖਿਲਾਫ ਕੇਸਿਸ ਪੈਂਡਿੰਗ ਹੈ। ਉਹ ਕੋਰਟ ਦੇ ਵਿੱਚ ਭੁਗਤਦੇ ਨੇ, ਚਲਾਨ ਦੇ ਵਿੱਚ ਉਹਨਾਂ ਦੇ ਨਾਮ ਆਏ ਹੋਏ ਨੇ, ਬੇਲ ਤੇ ਨੇ, ਫੌਰਜਰੀ ਦਾ ਕੇਸ, ਡੂਅਲ ਕਨਸਟੀਟਿਊਸ਼ਨ ਦਾ ਕੇਸ। ਗੱਲ ਕਰ ਰਿਹਾ ਕਲੇਰ ਸਾਹਿਬ, ਮੈਨੂੰ ਜਵਾਬ ਦਿਓ, ਬਾਦਲ ਸਾਹਿਬ ਨੇ 1 ਲੱਖ ਰੁਪਏ ਦਾ ਬੇਲ ਬੌਂਡ ਭਰਿਆ ਕਿ ਨਹੀਂ ਭਰਿਆ? ਉਹ ਬੇਲ ਤੇ ਹੈ ਕਿ ਨਹੀਂ ਹੈ? ਫੌਰਜਰੀ ਕੇਸ ਦੇ ਵਿੱਚ, ਡੂਅਲ ਕਨਸਟੀਟਿਊਸ਼ਨ ਦੇ ਕੇਸ ਦੇ ਵਿੱਚ ਦੱਸੋ ਉਹਨਾਂ ਦੀ ਕੀ ਕ੍ਰੈਡੀਬਿਲਿਟੀ ਹੈ? ਤੁਸੀਂ ਤਾਂ ਮੈਨੂੰ ਜਵਾਬ ਦਿਓ। ਜਿਹੜੇ ਲੀਡਰ ਨੇ ਇਹ ਚੀਜ਼ਾਂ ਦੇ ਬੋਲ ਹੈ, ਜਿਹੜਾ ਕੀ ਕਰਕੇ ਸਰ, ਕੀ ਕਰਕੇ ਪਲੀਜ਼, ਉਹਦੀ ਜ਼ਿਆਦਾ ਜਿਹੜੇ ਬੇਦਾਗ ਸਭੀ ਪਲੀਜ਼ ਡਿਵੈਲਪਮੈਂਟ ਹੋਈ ਨਾ ਸੋਸ਼ਲ ਵੈਲਫੇਅਰ। ਹੋਲਡ ਰੱਖੋ, ਕੰਗ ਜੀ ਵੀ ਕੁਝ ਕਹਿਣਾ ਚਾਹ ਰਹੇ ਨੇ। ਮੈਂ ਸਰੀਨ ਸਾਹਿਬ ਦਾ ਰੁਖ ਕਰਦਾ, ਕੰਗ ਜੀ ਵੀ ਕੁਝ ਕਹਿਣਾ ਚਾਹ ਰਹੇ ਨੇ। ਮਾਲਵਿੰਦਰ ਜੀ ਠੀਕ ਜਵਾਬ ਦੇ। ਬਾਦਲ ਸਾਹਿਬ ਨੇ 1 ਲੱਖ ਰੁਪਏ ਦਾ ਬੌਂਡ ਭਰਿਆ ਕਿ ਨਹੀਂ ਭਰਿਆ ਬੇਲ ਲਈ? ਦੱਸੋ। ਫੌਜਰੀ ਕੇਸ ਦੇ ਵਿੱਚ ਉਹਨਾਂ ਦਾ ਨਾਮ ਹੈ ਕਿ ਨਹੀਂ ਹੈ? ਡੂਅਲ ਕਨਸਟੀਟਿਊਸ਼ਨ ਦੇ ਵਿੱਚ ਨਾਮ ਹੈ ਕਿ ਨਹੀਂ ਹੈ? ਡੈਫਾਮੇਸ਼ਨ ਕੇਸ ਦੇ ਵਿੱਚ ਨਾਮ ਹੈ ਕਿ ਨਹੀਂ ਹੈ? ਠੀਕ ਹੈ, ਆਮ ਆਦਮੀ ਠੀਕ ਹੈ, ਡੀਰੇਲ ਨਾ ਹੋ ਜਾਏ ਪੂਰਾ ਮਸਲਾ, ਲੋਕਾਂ ਨੂੰ ਸਮਝ ਆਵੇ ਗੱਲ ਕੀ ਹੈ। ਕਲੇਰ ਸਾਹਿਬ, ਖੜਿਆਲ ਜੀ, ਲੋਕਾਂ ਤੱਕ ਗੱਲ ਪਹੁੰਚ ਸਕੇ। ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸ਼ੋਅ ਦੇ ਵਿੱਚ ਘੱਟੋ ਘੱਟ ਲੋਕਾਂ ਨੂੰ ਪਤਾ ਲੱਗ ਸਕੇ। 8-10 ਇਸ਼ੂ ਇਕੱਠੇ ਹੋ ਜਾਣਗੇ ਤਾਂ ਗੱਲ ਨਹੀਂ ਪਹੁੰਚ ਸਕੇਗੀ। ਕੰਗ ਜੀ, ਮਾਲਵਿੰਦਰ ਕੰਗ ਜੀ। ਗੌਰਵ ਜੀ ਦੇਖੋ, ਇਹ ਮਿਲੀ ਜੁਲੀ ਸਰਕਾਰ ਚੱਲ ਰਹੀ ਹੈ ਅਕਾਲੀ ਦਲ ਕਾਂਗਰਸ ਦੀ। ਕਿਸ ਤਰ੍ਹਾਂ, ਮੈਂ ਐਗਜ਼ਾਮਪਲ ਦਿੰਦਾ ਵਿਦ ਪ੍ਰੂਫ ਗੱਲ ਕਰਦਾ। ਰਾਜਾ ਵੜਿੰਗ ਜਿਹੜੇ ਟਰਾਂਸਪੋਰਟ ਮਿਨਿਸਟਰ ਬਣੇ ਸੀ, ਉਹਨਾਂ ਨੇ ਬੜਾ ਹੋ ਹੱਲਾ ਕੀਤਾ, ਫੇਸਬੁੱਕ ਤੇ ਰੋਜ਼ ਲਾਈਵ ਹੋਏ, ਬੜਾ ਡਰਾਮੇਬਾਜ਼ੀ ਕੀਤੀ, ਹਰੇਕ ਬੱਸ ਸਟੈਂਡ ਤੇ, ਫਿਰ ਬਠਿੰਡੇ ਪਹੁੰਚ ਗਏ, ਲੁਧਿਆਣੇ ਪਹੁੰਚ ਗਏ, ਪਟਿਆਲੇ, ਬਰਨਾਲੇ। ਲੇਕਿਨ ਹੋਇਆ ਕੀ, ਅਲਟੀਮੇਟਲੀ ਵਿਦਨ ਹਾਰ ਜਿਹੜੇ ਡੀਪ ਬੱਸ ਵਾਲੇ ਔਰ ਅਰਬਿਟ ਬੱਸ ਵਾਲਿਆਂ ਨੂੰ ਹਾਈ ਕੋਰਟ ਤੋਂ ਰਿਲੀਵ ਮਿਲ ਗਿਆ। ਬਿਕੋਜ਼ ਕੇਸ ਇੰਨਾ ਕੱਚਾ ਰੱਖਿਆ ਗਿਆ ਪੰਜਾਬ ਕਾਂਗਰਸ ਨੇ, ਜਿਹੜੀ ਇਲਜ਼ਾਮ ਲਾਉਂਦੀ ਸੀ ਇਲੀਗਲ ਟਰਾਂਸਪੋਰਟ। ਇੱਥੋਂ ਪਤਾ ਲੱਗਦਾ ਇਹਨਾਂ ਦੀ ਮਿਲੀ ਜੁਲੀ। ਦੂਸਰੀ ਗੱਲ, ਨਵਜੋਤ ਸਿੰਘ ਸਿੱਧੂ ਰੋਜ਼ ਰੌਲਾ ਪਾਉਂਦੇ ਆ, ਐਸਟੀਐਫ ਦੀ ਰਿਪੋਰਟ ਜਿਹੜੀ ਲੋਕਾਂ 'ਚ ਕਰਨੀ ਚਾਹੀਦੀ ਹੈ, ਪਬਲਿਸਾਈਜ਼ ਕਰਨੀ ਚਾਹੀਦੀ ਹੈ, ਲੇਕਿਨ ਉਹ ਵੀ ਪੰਜਾਬ ਦੀ ਸਰਕਾਰ ਨਹੀਂ ਕਰ ਰਹੀ। ਕਿਉਂ ਨਹੀਂ ਕਰ ਰਹੀ? ਇਹਦੇ ਪਿੱਛੇ ਕੀ ਕਾਰਨ ਹੈ, ਇਹ ਦੱਸਣ। ਤੀਸਰੀ ਗੱਲ, 4.5 ਸਾਲ ਹੀ ਹੋ ਗਏ, ਇੱਕ ਵੀ ਵੱਡੇ ਇਸ਼ੂਸ ਤੇ, ਇੱਕ ਵੀ ਸਿੰਗਲ, ਮੈਂ ਬੜੀ ਵਿਨਮਰਤਾ ਨਾਲ ਕਹਿ ਰਿਹਾ, ਬੜੀ ਬੇਨਤੀ ਕਰਦਾ ਕਾਂਗਰਸ ਵਾਲੇ ਛੋਟੇ ਵੀਰ ਔਰ ਆਪਣੇ ਅਕਾਲੀ ਦਲ ਵਾਲੇ, ਇੱਕ ਵੀ ਇਸ਼ੂ ਤੇ, ਚਾਹੇ ਬੀਐਨਪੀ ਵਾਲਾ ਸੀਗਾ, ਚਾਹੇ ਮਾਫੀਆ ਰਾਜ ਤੇ ਸੀ, ਟਰਾਂਸਪੋਰਟ ਮਾਫੀਆ ਦਾ ਸੀ, ਜਾਂ ਨਸ਼ੇ ਦੇ ਵੱਡੇ ਜਿਹੜੇ ਬਲੈਕ ਸ਼ੀਪ ਸੀ, ਕਿਸੇ ਇੱਕ ਤੇ ਵੀ ਕਾਰਵਾਈ ਪੌਣੇ 5 ਸਾਲ ਚ ਕਿਉਂ ਨਹੀਂ ਹੋਈ? ਇੱਥੋਂ ਇਹ ਸਾਬਿਤ ਹੁੰਦਾ ਹੈ। ਨਹੀਂ, ਵੱਡੇ ਤੋਂ ਕੀ ਮਤਲਬ ਹੈ? ਤੁਸੀਂ ਨਹੀਂ, ਕੰਗ ਸਾਹਿਬ, ਵੱਡੇ ਤੋਂ ਕੀ ਮਤਲਬ ਹੈ? ਤੁਸੀਂ ਕਹਿ ਰਹੇ ਹੋ ਕਿ ਕੋਈ ਪੋਲੀਟੀਕਲ ਲੀਡਰ ਹੋਣਾ ਚਾਹੀਦਾ ਸੀ ਅੰਦਰ, ਬਟ ਜਿਹੜੇ ਐਕਚੁਅਲ ਚ ਅਲਟੀਮੇਟਲੀ ਪੰਜਾਬ ਦੇ ਲੋਕਾਂ ਨੂੰ ਜਸਟਿਸ ਤੇ ਮਿਲਿਆ ਨਹੀਂ। ਕੌਣ ਲੋਕ ਹੈ ਜਿਹੜੀਆਂ ਇਹ ਸਾਰੀਆਂ ਕਾਰਵਾਈ ਦੇ ਖਿਲਾਫ? ਠੀਕ ਹੈ, ਮੈਂ ਰਿਐਕਸ਼ਨ ਮੈਂ ਸਰੀਨ ਸਾਹਿਬ ਦਾ ਰੁਕ ਕਰਨਾ। ਖੜਿਆਲ ਸਾਹਿਬ ਦੇਖੋ, 20 ਸੈਕਿੰਡਸ ਦੇ ਵਿੱਚ ਅਗਰ ਤੁਸੀਂ ਰਿਐਕਟ ਕਰ ਸਕੋ। ਤੁਸੀਂ 76000 ਕੇਸਿਸ ਦਾ ਜ਼ਿਕਰ ਕਰ ਰਹੇ ਹੋ ਕਿ ਡਰੱਗ ਪੈਡਲਰਸ ਅਸੀਂ ਕਾਬੂ ਕੀਤੇ ਨੇ ਜਾਂ ਕਾਰਵਾਈ ਕੀਤੀ ਹੈ, ਪਰ ਲੋਕ ਜਾਣਨਾ ਚਾਹੁੰਦੇ ਨੇ ਕਿ ਕਾਂਗਰਸ ਦੇ ਨੁਮਾਇੰਦੇ ਹੀ ਕਹਿੰਦੇ ਸੀ ਕਿ ਮਗਰਮੱਛ ਅਸੀਂ ਫੜ ਕੇ ਅੰਦਰ ਕਰ ਦਾਂਗੇ ਨਸ਼ੇ ਨਾਲ ਜੁੜੇ ਹੋਏ। ਕਿਹੜੇ ਮਗਰਮੱਛ ਨੇ ਜਿਹੜੇ ਤੁਸੀਂ ਫੜ ਲਏ? ਬਿਗ ਵਿਗਸ ਜਿਹੜੇ ਹੁੰਦੇ ਆ ਡਰੱਗ ਪੈਡਲਰਸ ਦੇ ਨਾਲ। ਮੈਂ ਤੁਹਾਨੂੰ ਦੂਜੀ ਗੱਲ ਦੱਸਣਾ, ਕਾਂਗ ਸਾਹਿਬ ਮੇਰੇ ਛੋਟੇ ਭਰਾ ਨੇ, ਇਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਪੰਜਾਬ ਗਵਰਨਮੈਂਟ ਕਾਂਗਰਸ ਨੇ ਮੰਗ ਕੀਤੀ ਸੀ ਕਿ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਫਸਟ ਟਾਈਮ ਅਫੈਂਡਰ ਲਈ।
ਇਹ ਚੀਜ਼ ਕਾਂਗਰਸ ਨੇ ਮੰਗ ਕੀਤੀ ਸੀ ਔਨ ਰਿਕਾਰਡ, ਇਟਸ ਅ ਮੈਟਰ ਆਫ ਉਹ ਫੈਕਟ। ਤਾਂ ਕੈਪਟਨ ਅਮਰਿੰਦਰ ਵੀ ਦਾਵਾ ਕਰਦੇ ਆ ਨਾ, ਕਲੀਅਰ ਹੈ ਕਿ ਜ਼ੀਰੋ ਟੋਲਰੈਂਸ ਹੈ ਟੁਵਰਡਸ ਡਰਗ ਪੈਡਲਿੰਗ, ਤੇ ਜੇ ਨਾ ਹੁੰਦੀ ਤਾਂ 76000 ਕੇਸ ਰਜਿਸਟਰ ਦਾ ਉਹਦੇ ਨਾਲ ਮੈਂ ਤੁਹਾਨੂੰ ਦੱਸਿਆ ਕਿ ਇਹ ਪੈਡਲਰਸ ਖਿਲਾਫ ਕੀਤੇ ਗਏ ਆ, ਯੂਜ਼ਰਸ ਖਿਲਾਫ ਨਹੀਂ ਹੈਗੇ। ਅਤੇ ਤੀਜੀ ਗੱਲ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਆਮ ਆਦਮੀ ਪਾਰਟੀ ਜਿਹੜੀਆਂ ਇੱਥੇ ਵੱਡੀਆਂ ਵੱਡੀਆਂ ਗੱਲਾਂ ਕਰਦੀ ਹੈ, ਤੁਹਾਡੇ ਤੋਂ ਐਮਐਲਏ ਅਸੈਂਬਲੀ ਨਹੀਂ ਆਉਂਦੇ, ਤੁਹਾਡੇ ਸਾਰੇ ਐਮਐਲਏ ਛੱਡ ਕੇ ਤੁਹਾਨੂੰ ਇੱਧਰ ਆ ਗਏ ਬਿਕੋਜ਼ ਆਮ ਆਦਮੀ ਪਾਰਟੀ ਦਾ ਸਟੈਂਡ ਕੋਈ ਨਹੀਂ, ਇੰਟੈਗ੍ਰਿਟੀ ਕੋਈ ਨਹੀਂ। ਤੁਸੀਂ ਐਲੀਗੇਸ਼ਨ ਪਹਿਲਾਂ ਲਾ ਦਿੰਦੇ ਹੋ, ਬਾਅਦ ਚ ਮਾਫੀ ਮੰਗ ਲੈਂਦੇ ਹੋ, ਯੂ ਟਰਨ ਮਾਰ ਲੈਂਦੇ ਹੋ। ਤਾਂ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਫ ਯੂ ਕਮ ਵਿਦ ਐਨ ਐਲੀਗੇਸ਼ਨ ਮੇਕ ਸ਼ੋਰ ਕਿ ਯੂ ਆਰ ਏਬਲ ਟੂ ਬੈਕ ਇਟ। ਇਹਨਾਂ ਕੋਲੇ ਨਾ ਤਾਂ ਬੈਕਿੰਗ ਹੈ, ਨਾਲੇ ਤੀਜੀ ਗੱਲ ਅੱਜ ਦੀ ਗੱਲ ਕੋਈ ਵੀ ਜੇ ਐਲੀਗੇਸ਼ਨ ਲਾ ਰਿਹਾ ਇਟ ਅਮਾਉਂਟਸ ਟੂ ਡੈਫਾਮੇਸ਼ਨ ਬਿਕੋਜ਼ ਇਹ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਹੈ that one is to be presumed innocent until proven guilty। ਜੇ ਡੈਫਾਮੇਸ਼ਨ ਕਰਨਗੇ ਤਾਂ we would be constrained to take the matter to the court। ਤਾਂ ਮੈਂ ਦੱਸਣਾ ਚਾਹਣਾ ਕਿ until and unless it's not been proven ਤੁਸੀਂ allegations ਨਾ ਲਾਓ, ਇਹ ਹਵਾਈ ਗੱਲ ਹੈ, ਮਟ ਸਲਿੰਗਿੰਗ ਹੈ, there would be consequences to it। ਠੀਕ ਹੈ ਖੜਿਆਲ ਸਾਹਿਬ, ਤੁਹਾਡੀ ਗੱਲ ਆ ਗਈ। ਸਰੀਨ ਸਾਹਿਬ ਕੁਝ ਕਹਿਣਾ ਚਾਹ ਰਹੇ ਹਨ। ਸਰੀਨ ਸਾਹਿਬ ਗੌਰਵ ਜੀ, ਕਾਂਗਰਸ ਦੇ ਨੁਮਾਇੰਦੇ ਬਾਰ-ਬਾਰ ਕਹਿ ਰਹੇ ਨੇ ਜੀ ਕਿ ਇਹਦਾ ਐਵੀਡੈਂਸ ਜਦ ਸਾਰੇ ਉੱਥੇ ਤੁਹਾਡੇ ਪੀਏਸ ਆਫੀਸਰਸ ਔਰ ਪੱਤਰਕਾਰ ਇਸ ਚੀਜ਼ ਦੇ ਗਵਾਹ ਨੇ ਕਿ ਕੈਬਨਿਟ ਦੀ ਮੀਟਿੰਗ ਦੇ ਬਾਅਦ ਕੀ ਹੋਇਆ, ਉਹਦੇ ਬਾਅਦ ਕੁਝ ਰਹਿ ਨਹੀਂ ਜਾਂਦਾ। ਫਿਰ ਵੀ ਜੇ ਤੁਸੀਂ ਇੰਨੇ ਪਾਕ ਸਾਫ਼ ਹੋ ਤੇ ਕਿਉਂ ਨਹੀਂ ਇਹਨੂੰ ਹੈਂਡਓਵਰ ਕਰ ਦਿੰਦੇ ਸੀਬੀਆਈ ਨੂੰ ਮਾਮਲਾ? ਇਹ ਬਹੁਤ ਵੱਡਾ ਕਰਪਸ਼ਨ ਦਾ ਇਸ਼ੂ ਹੈ। ਜੇ ਪੁਲਿਸ ਦੇ ਕਮਿਸ਼ਨਰ ਔਰ ਐਸਐਸਪੀ ਪੈਸੇ ਦੇ ਕੇ ਲੱਗਣਗੇ ਤੇ ਉਹ ਜਨਤਾ ਨੂੰ ਕੀ ਨਿਆਂ ਦੇਣਗੇ? Let this matter be handed over to the CBI or the sitting high court judge को inquiry करा लें। नंबर 2 बड़े कांग्रेस ਦੇ ਵੀਰ ਬੜੇ ਜ਼ੋਰ ਨਾਲ ਕਹਿ ਰਹੇ ਸੀਗੇ ਜੀ ਬਾਦਲ ਸਾਹਿਬ ਜਿਹੜੇ ਹੈਗੇ ਨੇ ਬਾਉਂਡਸ ਤੇ ਹੈਗੇ ਕਿ ਨਹੀਂ ਹੈਗੇ। ਜਰਾ ਇਹ ਵੀ ਦੱਸ ਦਿਓ ਕਿ ਰਾਹੁਲ ਗਾਂਧੀ, ਸੋਨੀਆ ਗਾਂਧੀ ਔਰ ਪ੍ਰਿयंका ਗਾਂਧੀ ਔਰ ਰਾਬਰਟ ਵਾਡਰਾ ਬਾਉਂਡ ਤੇ ਹੈਗੇ ਕਿ ਨਹੀਂ ਹੈਗੇ ਬਾਹਰ? ਉਹ ਕਿਹੜੀਆਂ ਜ਼ਮਾਨਤਾਂ ਤੇ ਨੇ? ਉਹ ਤੇ ਆਪ ਜ਼ਮਾਨਤਾਂ ਤੇ ਨੇ। ਤੁਸੀਂ ਦੂਜਿਆਂ ਦੇ ਕੀ ਉਂਗਲ ਚੱਕਣੀ ਹੈ? ਪਹਿਲਾਂ ਆਪਣੇ ਰਾਸ਼ਟਰੀ ਅਧਿਕਸ਼ ਔਰ ਰਾਸ਼ਟਰੀ ਪੂਰਵ ਅਧਿਕਸ਼ ਔਰ ਉਹਨਾਂ ਦੇ ਧੀ ਜਵਾਈ ਨੂੰ ਤਾਂ ਪਤਾ ਕਰ ਲਓ, ਉਹ ਵੀ ਜ਼ਮਾਨਤਾਂ ਤੇ ਨੇ। ਤੁਹਾਡਾ ਤੇ ਪੂਰਾ ਦਾ ਪੂਰਾ ਕੁੰਭਾ ਹੀ ਜਿਹੜਾ ਹੈਗਾ ਜ਼ਮਾਨਤਾਂ ਤੇ ਹੈ। ਤੁਸੀਂ ਕਰਨਾ ਕੀ ਹੈ? ਇਸ ਕਰਕੇ ਪੰਜਾਬ ਦੀ ਜਨਤਾ ਤੁਹਾਡੇ ਤੋਂ ਕੋਈ ਨਿਆਂ ਨਹੀਂ ਸਮਝ ਸਕਦੀ ਕਿ ਮਿਲੇਗਾ। ਤੁਸੀਂ ਨਾ ਨਿਆਂ ਦੇਣਾ ਚਾਹੁੰਦੇ ਹੋ, ਤੁਸੀਂ ਸਿਰਫ ਜਿਹੜਾ ਹੈਗਾ ਵਾ ਟਾਈਮ ਪਾਸ ਕਰ ਰਹੇ ਹੋ, ਨੂਰਾ ਕੁਸ਼ਤੀ ਕਰ ਰਹੇ ਹੋ ਔਰ ਜਨਤਾ ਦੇ ਨਾਲ ਕੀਤੇ ਵਾਅਦੇ ਤੁਸੀਂ ਕੋਈ ਪੂਰੇ ਨਹੀਂ ਕੀਤੇ ਔਰ 2022 ਦੇ ਵਿੱਚ ਜਨਤਾ ਤੁਹਾਨੂੰ ਐਸਾ ਸਬਕ ਸਿਖਾਏਗੀ ਕਿ ਤੁਸੀਂ ਯਾਦ ਕਰੋਗੇ। ਠੀਕ ਹੈ ਖੜਿਆਲ ਸਾਹਿਬ, ਸਮਾਂ ਬਹੁਤ ਪੂਰਾ ਇੱਕ ਛੋਟਾ ਰਿਐਕਸ਼ਨ ਸਭ ਤੋਂ ਮੈਂ ਲੈਣਾ ਖੜਿਆਲ ਜੀ। ਇੱਥੇ ਇਹ ਰਿਪੋਰਟ ਹੈ, ਇਹ ਤੁਸੀਂ ਚੈੱਕ ਕਰ ਲਓ। ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ, ਬੀਜੇਪੀ ਦੇ ਮੈਕਸਿਮਮ ਐਮਪੀਜ਼ ਤੇ ਐਮਐਲਏਜ਼ ਦੇ ਖਿਲਾਫ ਕ੍ਰਿਮੀਨਲ ਕੇਸਿਸ ਪੈਂਡਿੰਗ ਨੇ ਤੇ ਉਹ ਆਮ ਕੇਸ ਨਹੀਂ ਹੈਗੇ। ਤੁਸੀਂ ਇਹ ਦੱਸੋ ਰਾਹੁਲ ਗਾਂਧੀ, ਪ੍ਰਿयंका ਗਾਂਧੀ ਦੱਸੋ ਖੜਿਆਲ ਸਾਹਿਬ, ਦੱਸੋ ਰਾਹੁਲ ਗਾਂਧੀ, ਪ੍ਰਿयंका ਗਾਂਧੀ, ਰਾਬਰਟ ਵਾਡਰਾ, ਸੋਨੀਆ ਗਾਂਧੀ ਜ਼ਮਾਨਤ ਤੇ ਬਾਹਰ ਹੈ ਕਿ ਨਹੀਂ ਹੈ? ਭਾਈ ਸਾਹਿਬ ਇਹ ਵੀ ਦੱਸ ਦਿਓ, ਪਬਲਿਕ ਨੂੰ ਵੀ ਦੱਸੋ ਨਾ। ਤੁਸੀਂ ਪਬਲਿਕ ਨੂੰ ਇਹ ਦੱਸੋ ਕਿ ਸੋਨੀਆ ਗਾਂਧੀ ਜ਼ਮਾਨਤ ਤੇ ਹੈ ਕਿ ਨਹੀਂ ਹੈ, ਕਿ ਰਾਹੁਲ ਗਾਂਧੀ ਜ਼ਮਾਨਤ ਤੇ ਹੈ ਕਿ ਨਹੀਂ ਹੈ, ਕਿ ਰਾਬਰਟ ਵਾਡਰਾ ਜ਼ਮਾਨਤ ਤੇ ਹੈ ਕਿ ਨਹੀਂ ਹੈ, ਪ੍ਰਿयंका ਗਾਂਧੀ ਜ਼ਮਾਨਤ ਤੇ ਹੈ ਕਿ ਨਹੀਂ ਹੈ? ਤੁਸੀਂ ਲੋਕਾਂ ਨੂੰ ਇਹ ਵੀ ਦੱਸੋ ਨਾ। ਤੁਸੀਂ ਦੂਜਿਆਂ ਦੇ ਉਂਗਲ ਚੱਕਦੇ ਪਏ, ਪਰ ਆਪਣਾ ਘਰ ਤੇ ਦੇਖ ਲਓ। ਤੁਸੀਂ ਆਪਣਾ ਦੱਸੋ ਕਿ ਸੋਨੀਆ ਗਾਂਧੀ ਜ਼ਮਾਨਤ ਤੇ ਹੈ ਕਿ ਨਹੀਂ ਹੈ, ਕਿ ਰਾਹੁਲ ਗਾਂਧੀ ਜ਼ਮਾਨਤ ਤੇ ਹੈ ਕਿ ਨਹੀਂ ਹੈ? ਤੁਸੀਂ ਇਹ ਦੱਸੋ। ਪੰਜਾਬ ਦੀ ਜਨਤਾ ਪੁੱਛਣਾ ਚਾਹੁੰਦੀ ਹੈ। ਤੁਸੀਂ ਵੱਡੀਆਂ ਗੱਲਾਂ ਕਰਦੇ ਹੋ, ਤੁਹਾਡੇ ਆਪ ਦੇ ਬੰਦੇ, ਤੁਹਾਡੇ ਆਪ ਦੇ ਨੇਤਾ ਜ਼ਮਾਨਤ ਤੇ ਨੇ, ਤੁਸੀਂ ਦੂਜਿਆਂ ਦੇ ਉਂਗਲ ਚੱਕਦੇ ਹੋ। ਠੀਕ ਹੈ ਖੜਿਆਲ ਜੀ 20 ਸੈਕਿੰਡ ਹੈਗੇ ਬੀਜੇਪੀ ਐਮਪੀਜ਼ ਐਮਐਲਏਜ਼ ਦੇ ਖਿਲਾਫ ਏਡੀਆਰ ਦੀ ਰਿਪੋਰਟ ਹੈ, ਗੂਗਲ ਤੇ ਕੋਈ ਵੀ ਜਾਣਾ ਜਾ ਕੇ ਦੇਖ ਸਕਦਾ ਹੈ। ਨਾਲੇ ਉਹ ਸਪੈਸ਼ਲ ਕ੍ਰਾਈਮਸ ਅਗੇਂਸਟ ਵਿਮਨ ਹੈ, ਔਰਤਾਂ ਖਿਲਾਫ ਜਿਹੜੇ ਕੀਤੇ ਗਏ ਕ੍ਰਾਈਮਸ ਹੈ ਉਹ ਸਭ ਤੋਂ ਜ਼ਿਆਦਾ ਬੀਜੇਪੀ ਐਮਪੀਜ਼ ਐਮਐਲਏਜ਼ ਦੇ ਖਿਲਾਫ ਹੈ। ਖੜਿਆਲ ਸਾਹਿਬ ਇਹ ਵੀ ਦੱਸ ਦਿਓ ਨਾ ਨੈਟ ਤੇ, ਇਹ ਵੀ ਦੱਸ ਦਿਓ ਕਿ ਨੈਟ ਤੇ ਜਾ ਕੇ ਰਾਹੁਲ ਗਾਂਧੀ ਬਾਰੇ ਪਤਾ ਕਰ ਲਓ। ਇਹ ਵੀ ਦੱਸ ਦਿਓ ਕਿ ਨੈਟ ਤੇ ਜਾ ਕੇ ਰਾਬਰਟ ਵਾਡਰਾ ਬਾਰੇ ਪਤਾ ਕਰ ਲਓ। ਇਹ ਵੀ ਪਤਾ ਕਰ ਲਓ ਕਿ ਸੋਨੀਆ ਗਾਂਧੀ ਨੂੰ ਤੇ ਕਿੰਨੇ ਕੇਸ ਨੇ, ਕਿੰਨੇ ਐਮਬੈਸਲਮੈਂਟ ਕੀਤੀ ਹੈ, ਕਰੋੜਾਂ ਰੁਪਇਆ ਦੇਸ਼ ਦਾ ਕਿੱਥੇ ਗਿਆ, ਇਹ ਵੀ ਦੱਸ ਦਿਓ ਨਾ। ਲੋਕਾਂ ਨੂੰ ਇਹ ਵੀ ਦੱਸੋ ਕਿ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿयंका ਗਾਂਧੀ ਵਾਡਰਾ ਨੂੰ ਵੀ ਗੂਗਲ ਤੇ ਸਰਚ ਕੀਤਾ ਜਾਵੇ। ਇਹ ਤਾਂ ਸਰਚ ਕਰੋ, ਲੱਗਦੇ ਰਹੇ ਨੇ ਕਿ ਬਹੁਤ ਸਾਰੇ ਕੇਸਿਸ ਹੁੰਦੇ ਨੇ ਕਿੰਨਾ ਕਿ ਦੇਸ਼ ਦੇ ਨਾਲ ਗੱਦਾਰੀ ਕੀਤੀ ਇਹਨਾਂ ਨੇ। ਠੀਕ ਹੈ ਪਲੀਜ਼ ਆਪਾਂ ਗੌਰਵ ਜੀ ਇਹਨਾਂ ਨੂੰ ਇਹ ਕਹੋ ਕਿ ਇਹ ਦੱਸਣ ਕਿ ਰਾਹੁਲ ਗਾਂਧੀ, ਪ੍ਰਿयंका ਗਾਂਧੀ, ਸੋਨੀਆ ਗਾਂਧੀ ਜ਼ਮਾਨਤ ਤੇ ਹੈ ਕਿ ਨਹੀਂ ਹੈ? ਤੁਹਾਡੀ ਗੱਲ ਆ ਗਈ ਸਰ, ਤੁਹਾਡੀ ਗੱਲ ਆ ਗਈ, ਉਹਦੇ ਉੱਪਰ ਰਿਐਕਸ਼ਨ ਲੈਣਾ ਸੁਣਾ। ਤੁਹਾਡੀ ਗੱਲ ਆ ਗਈ ਸਰ, ਕਲੇਰ ਸਾਹਿਬ ਕੁਝ ਕਹਿਣਾ ਚਾਹ ਰਹੇ ਨੇ। ਕਲੇਰ ਜੀ ਨਹੀਂ ਕੋਰਟ ਦੀ ਰਿਪੋਰਟ ਹੈ ਸੋਨੀਆ ਗਾਂਧੀ ਵਾਸਤੇ, ਕੋਰਟ ਤੋਂ ਜ਼ਮਾਨਤ ਲਿੱਤੀ ਹੋਈ ਹੈ। ਕਿਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫੜੇ ਦੀ ਰਿਪੋਰਟ ਹੈ ਜੀ। ਤੁਸੀਂ ਇੱਕ ਲੀਡਰ ਦੀ ਗੱਲ ਕਰ ਰਹੇ ਹੋ, ਮੈਂ ਤੁਹਾਨੂੰ 40% ਐਮਐਲਏਜ਼ ਦੀ ਗੱਲ ਕਰ ਰਿਹਾ। ਇਹ ਤਾਂ ਮੁਖਤਾਰ ਅੰਸਾਰੀ ਦੇ ਪਰਿਵਾਰ ਨੂੰ ਮਿਲਣ ਤੱਕ ਯੂਪੀ ਮੈਂ ਕਿਹਾ ਤੁਸੀਂ ਆਪਣੇ ਆਲ ਇੰਡੀਆ ਪ੍ਰੈਜ਼ੀਡੈਂਟ ਦੀ ਗੱਲ ਕਰ ਲਓ। ਨੂੰ ਮਿਲ ਕੇ ਆਏ ਨੇ, ਉਹ ਕਾਂਗਰਸ ਦੀ ਸਰਕਾਰ ਕਰਦੀ ਹੈ, ਚਾਹੇ ਧਰਮ ਹੋਵੇ। ਹਾਈ ਕੋਰਟ ਨੇ ਵੀ ਕਿਹਾ ਜਨਰਲ ਬੇਅਦਬੀ ਦੀ ਜਾਂਚ, ਸਿਆਸੀ ਹਥਿਆਰ ਬਣਾਇਆ।
ਡਰੱਗ ਦੇ ਇਸ਼ੂ ਤੇ ਜੈ- ਸਿਆਸਤ ਉਹ ਡਿਨਰ ਕੌਣ ਕਾਂਗਰਸ ਨੇ ਔਰ ਅੱਜ ਕਿਉਂਕਿ ਹੁਣ ਪਤਾ ਲੋਕਾਂ ਨੇ ਕੰਮਾਂ ਦਾ ਹਿਸਾਬ ਮੰਗਣਾ, ਜਵਾਬ ਮੰਗਣਾ ਹੈ। ਹੁਣ ਜਿਹੜੀ ਘਟੀਆ ਸਿਆਸਤ ਫੜਨ ਫੜਾਣ ਦੀ ਕਿ ਝੂਠੇ ਪਰਚੇ ਪਾ ਦਈਏ, ਠੀਕ ਮੈਂ ਹੈ। ਗੱਲ ਕਹਿਣੀ ਚਾਹੁੰਦਾ ਕਿ ਹੁਣ ਤਾਂ ਚਲੋ। ਸੁੱਖੀ ਰੰਧਾਵਾ ਤੇ ਜਿਹੜੇ ਉਹ ਐਮਐਲਏ ਲੋਕ decide ਕਰਨਗੇ ਸਰ ਕੀ ਕਰਨਾ ਹੈ, ਬਿਲਕੁਲ। ਨਹੀਂ ਕੋਈ ਪੁਲਿਸ ਵਾਲਾ, ਕੋਈ ਸਰਕਾਰ ਕਾਨੂੰਨ ਤੋਂ ਉੱਪਰ ਨਹੀਂ ਹੋਣਾ, ਕੱਖ ਨਹੀਂ। ਜੀ। ਉਹ ਲੋਕਾਂ ਦੇ ਕੰਮਾਂ ਦਾ ਨਹੀਂ ਬਿਲਕੁਲ ਸਰ, ਲੋਕ ਤਾਂ ਨਹੀਂ, ਕਲੇਰ ਸਾਹਿਬ, ਖੜਿਆਲ ਜੀ, ਸਰੀਨ ਸਾਹਿਬ, ਕੰਗ ਜੀ, ਲੋਕ ਸਭ ਕੁਝ ਜਾਣ ਰਹੇ ਨੇ, ਸਮਝ ਰਹੇ ਨੇ ਪੋਲੀਟੀਕਲ ਪਾਰਟੀਆਂ ਦੇ ਬਿਆਨਾਂ ਨੂੰ ਵੀ। ਪਰ ਸਵਾਲ ਇਹ ਵੀ ਹੈ ਕਿ ਜਿਹੜੇ ਐਲੀਗੇਸ਼ਨਸ ਲੱਗਦੇ ਨੇ ਉਹਨਾਂ ਦੇ ਪਿੱਛੇ ਸੱਚਾਈ ਕੀ ਹੈ। ਦੂਜਾ ਸਵਾਲ ਇਹ ਵੀ ਹੈ ਕਿ ਜੇ ਐਲੀਗੇਸ਼ਨਸ ਲੱਗੇ ਨੇ ਤਾਂ ਫਿਰ ਉਸ ਦੇ ਪਿੱਛੇ, ਕਿਉਂਕਿ ਕਹਾਵਤ ਅਸੀਂ ਬਾਰ-ਬਾਰ ਜ਼ਿਕਰ ਕਰਦਾ ਹੁੰਦਾ ਮੈਂ ਕਿ ਜਦੋਂ ਧੂਆਂ ਉੱਡਦਾ ਤਾਂ ਕਿਤੇ ਨਾ ਕਿਤੇ ਅੱਗ ਲੱਗੀ ਹੁੰਦੀ ਹੈ, ਕਿ ਜੇਕਰ ਕਿਤੇ ਅੱਗ ਲੱਗੀ ਹੈ ਸ਼ਾਇਦ ਤਾਂ ਹੀ ਧੂਆਂ ਦਿਖ ਰਿਹਾ ਔਰ ਪੋਲੀਟੀਕਲ ਪਾਰਟੀਆਂ ਉਸ ਨੂੰ ਚੁੱਕ ਰਹੀਆਂ ਨੇ ਜਾਂ ਫਿਰ ਅਖਬਾਰਾਂ ਜਾਂ ਚੈਨਲਾਂ ਦੀਆਂ ਸੁਰਖੀਆਂ ਬਣ ਰਹੀਆਂ ਨੇ। ਸਰਕਾਰ ਨੂੰ ਜਵਾਬ ਤਾਂ ਦੇਣਾ ਹੋਏਗਾ, ਖਾਸ ਤੌਰ ਤੇ ਜਦੋਂ ਤੁਹਾਨੂੰ ਕਰੀਬ 2-2.5 ਮਹੀਨਿਆਂ ਦੇ ਵਿੱਚ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਡਾਇਰੈਕਟਰ ਬਦਲਣਾ ਪੈ ਜਾਵੇ। ਖੈਰ ਮੇਰੇ ਕੋਲ ਸਮਾਂ ਅੱਜ ਦੇ ਲਈ ਇੰਨਾ ਹੀ ਸੀ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ। ਮੈਂ ਇੱਕ ਵਾਰ ਫਿਰ ਤੋਂ ਜ਼ਿਕਰ ਕਰਦਾ ਕਿ 13 ਅਕਤੂਬਰ ਨੂੰ ਵਰਿੰਦਰ ਕੁਮਾਰ ਨੂੰ ਲਗਾਇਆ ਗਿਆ ਸੀ BOI ਦਾ ਹੈੱਡ ਯਾਨੀ ਡਾਇਰੈਕਟਰ। ਉਸ ਤੋਂ ਬਾਅਦ 2 ਦਸੰਬਰ ਨੂੰ SK ਅਸਥਾਨਾ ਨੂੰ ਲਗਾ ਦਿੱਤਾ ਗਿਆ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਡਾਇਰੈਕਟਰ, ਤੇ ਉਹ ਛੁੱਟੀ ਤੇ ਗਏ ਤੇ ਉਹਨਾਂ ਦੀ ਛੁੱਟੀ ਦੇ ਉੱਤੇ ਬਵਾਲ ਹੋਇਆ। ਦੂਜੇ ਪਾਸੇ ਬਦਲੀਆਂ ਨੂੰ ਲੈ ਕੇ ਜੋ ਕੈਬਨਿਟ ਦੇ ਵਿੱਚ ਹੋਇਆ, ਜੋ ਇਲਜ਼ਾਮ ਲੱਗ ਰਹੇ ਨੇ, ਉਸ ਨੂੰ ਲੈ ਕੇ ਵੀ ਸਿਆਸਤ ਭਖੀ ਹੋਈ ਹੈ। ਦੇਖਣਾ ਹੋਵੇਗਾ ਕਾਂਗਰਸ ਅੱਗੇ ਕੀ ਕੁਝ ਕਹਿੰਦੀ ਹੈ ਤੇ ਹੋਰ ਕੀ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇਹਨਾਂ